सत श्री अकाल। न्यूज़ 18 पंजाब हरियाणा हिमाचल देख रहे हो तुसी। गौरव शुक्ला मैं हां तुहाडे नाल हाज़र हां खबरां दा प्राइम टाइम लैके। ते प्राइम टाइम दे विच अज गल साथ दी। ਜਦੋਂ ਕਿਸੇ ਕੰਮ ਨੂੰ ਲੈ ਕੇ ਇੱਕ ਦੂਜੇ ਦਾ ਸਾਥ ਦੇਣ ਦਾ ਫੈਸਲਾ ਲਿਆ ਗਿਆ ਹੋਵੇ ਪਰ ਇੱਕ ਧਿਰ ਇਲਜ਼ਾਮ ਲਗਾਵੇ ਕਿ ਸਾਥ ਦੂਜਿਆਂ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ, ਫਿਰ ਸਵਾਲ ਉੱਠਦੇ ਨੇ। ਇਹ ਮੁੱਦਾ ਹੈ ਬੰਦੀ ਸਿੰਘਾਂ ਦਾ। ਬੰਦੀ ਸਿੰਘਾਂ ਦੇ ਮੁੱਦੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਏ, ਕਮੇਟੀ ਬਣਾ ਦਿੱਤੀ ਗਈ। ਪਰ ਹੁਣ ਐਸਜੀਪੀਸੀ ਪ੍ਰਧਾਨ ਕਹਿ ਰਹੇ ਨੇ ਕਿ ਸਾਥ ਨਹੀਂ ਮਿਲਿਆ। ਕਮੇਟੀ ਮੀਟਿੰਗ ਤੋਂ ਅੱਗੇ ਵਧੀ ਹੀ ਨਹੀਂ। ਹੁਣ ਸਵਾਲ ਹੈ ਕਿ ਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕਮੇਟੀ ਦਾ ਹਿੱਸਾ ਬਣੇ ਸੀ, ਤਾਲਮੇਲ ਬਣਾਉਣ ਦੀ ਗੱਲ ਹੋਈ ਸੀ, ਤਾਂ ਤਾਲਮੇਲ ਕਿਉਂ ਨਹੀਂ ਬਣਿਆ? ਸਵਾਲ ਇਹ ਵੀ ਹੈ ਕਿ ਤਾਲਮੇਲ ਬਣਾਉਣਾ ਕਿਸਨੇ ਸੀ? ਕੀ ਇਹ ਐਸਜੀਪੀਸੀ ਦੀ ਜ਼ਿੰਮੇਵਾਰੀ ਸੀ ਜਾਂ ਬਾਕੀ ਸਾਰਿਆਂ ਦੀ ਜ਼ਿੰਮੇਵਾਰੀ ਸੀ? ਖੈਰ, ਸਵਾਲਾਂ ਦੇ ਵਿਚਾਲੇ ਐਸਜੀਪੀਸੀ ਦੇ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ ਉੱਤੇ 12 ਤਰੀਕ ਨੂੰ ਮੋਰਚਾ ਖੋਲਣ ਦਾ ਐਲਾਨ ਵੀ ਕਰ ਦਿੱਤਾ ਗਿਆ। ਸਵਾਲ ਇੱਥੇ ਇਹ ਵੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਕੀ ਕੇਂਦਰ ਸਰਕਾਰ ਦੇ ਉੱਤੇ ਕੋਈ ਦਬਾਅ ਪਵੇਗਾ? क्योंकि सवाल इस करके है कि वाकई ही बंदी ਸਿੰਘਾਂ ਦੀ रिहाई ਦੇ ਲਈ सही प्लेटफॉर्म ਦੇ ਉੱਤੇ आवाज चुकी जा रही है कि सही तरीके ਨਾਲ आवाज चुकी जा रही है कि पंजाब ਦੇ ਵਿੱਚ प्रदर्शन करके ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਦਬਾਅ ਬਣੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੇਂਦਰ ਦੀ ਸਰਕਾਰ ਵਿਚਾਰੇਗੀ। ਗਿਣਤੀ ਨੂੰ ਲੈ ਕੇ ਵੀ ਅੱਜ ਗੱਲਬਾਤ ਕਰਾਂਗੇ ਕਿਉਂਕਿ ਕੇਂਦਰ ਦੇ ਮੰਤਰੀ ਗਿਣਤੀ ਨੂੰ ਲੈ ਕੇ ਕੁਝ ਵੱਖਰਾ ਬਿਆਨ ਦੇ ਕੇ ਗਏ ਨੇ। ਐਸਜੀਪੀਸੀ ਦੇ ਅੰਕੜੇ ਬੰਦੀ ਸਿੰਘਾਂ ਦੀ ਗਿਣਤੀ ਵਾਲੇ ਕੁਝ ਵੱਖਰੇ ਨੇ। ਖੈਰ, ਅੱਜ ਚਰਚਾ ਬੰਦੀ ਸਿੰਘਾਂ ਦੇ ਲਈ ਖੋਲੇ ਜਾਣ ਵਾਲੇ ਮੋਰਚੇ ਦੇ ਉੱਤੇ। ਸ਼੍ਰੋਮਣੀ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਹੋਈ, ਲੰਮੀ ਵਿਚਾਰ ਚਰਚਾ ਹੋਈ ਅਤੇ ਫਿਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਮੀਡੀਆ ਦੇ ਮੁਖਾਤਿਬ ਹੋਏ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਦੁਹਰਾਇਆ ਤੇ ਨਾਲ ਹੀ ਵੱਡਾ ਐਲਾਨ ਵੀ ਕਰ ਦਿੱਤਾ ਕਿ 12 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤੇ ਜਾਣਗੇ। ਬੰਦੀ ਸਿੱਖਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਮੁੱਦੇ ਤੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। 12 ਤਰੀਕ ਨੂੰ ਹਰ ਇੱਕ ਡਿਸਟ੍ਰਿਕਟ ਹੈੱਡਕੁਆਟਰ ਤੇ ਕਾਲੇ ਚੋਲੇ ਪਾ ਕੇ ਇਹ ਜਿਹੜੇ ਉੱਥੇ ਆਪਣੇ ਧਰਨੇ ਦਿੱਤੇ ਜਾਣਗੇ, ਕਿਉਂਕਿ ਮੈਮੋਰੈਂਡਮ ਆਪਾਂ ਪਹਿਲਾਂ ਦੇ ਚੁੱਕੇ ਹਾਂ, ਹੁਣ ਉਹ ਧਰਨੇ ਦਿੱਤੇ ਜਾਣਗੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਵਾਸਤੇ ਕਿਹਾ ਸੀ ਔਰ ਉਹਦੇ ਸੰਦਰਭ ਦੇ ਵਿੱਚ ਅਸੀਂ ਇੱਕ ਮੀਟਿੰਗ ਵੀ ਸੱਦੀ। ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਗਈ, ਪਰ ਮੈਂ ਉਹਨਾਂ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ। ਪਰ ਉਹ ਕੁਝ ਕਾਰਨਾਂ ਕਰਕੇ ਉਹ ਜਿਹੜੀ ਆ, ਇੱਕ ਨੇ ਜਵਾਬ ਦਿੱਤਾ, ਦੂਏ ਨੇ ਜਵਾਬ ਦਿੱਤਾ, ਤੀਏ ਨੇ ਜਵਾਬ ਦਿੱਤਾ। ਉਹ ਮੈਨੂੰ ਲੱਗਾ ਵੀ ਇਹ ਜਿਹੜੀ ਅਸੀਂ ਕਮੇਟੀ ਬਣਾਈ ਆ, ਜਿਹਦੀ ਇੱਕ ਮੀਟਿੰਗ ਤੋਂ ਬਾਅਦ ਇਹ ਆਪਣੀ ਇੱਥੇ ਤੱਕ ਡੈਡ ਲੌਕ ਲੱਗ ਗਿਆ। ਇੱਕ ਤਾਂ ਹੁੰਦਾ ਕੋਈ ਸੁਝਾਅ ਦੇਣਾ, ਇੱਕ ਹੁੰਦਾ ਡੈਡ ਲੌਕ ਲਾਉਣਾ। ਉਹ ਫਿਰ ਡੈਡ ਲੌਕ ਲਾ ਦਿੱਤਾ। ਪਿਛਲੇ ਦਿਨੀ ਐਸਜੀਪੀਸੀ ਵੱਲੋਂ ਪੀਐਮ ਨੂੰ ਵੀ ਚਿੱਠੀ ਲਿਖੀ ਗਈ ਸੀ ਜਿਸ ਵਿੱਚ 9 ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ, ਜਿਸ ਤੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੀਐਮਓ ਤੋਂ ਅਜੇ ਇਸ ਬਾਰੇ ਕੋਈ ਵੀ ਜਵਾਬ ਨਹੀਂ ਆਇਆ ਹੈ। 20 ਮਈ 2022 ਨੂੰ ਪ੍ਰਧਾਨ ਮੰਤਰੀ ਸਾਹਿਬ ਜੀ ਨੂੰ ਚਿੱਠੀ ਲਿਖੀ ਸੀ, ਜਿਹਦੇ ਵਿੱਚ ਉਹਨਾਂ ਤੋਂ ਸਮਾਂ ਮੰਗਿਆ ਤੇ ਸਾਨੂੰ ਉੱਥੇ ਦੇ ਆਫਿਸ ਵੱਲੋਂ ਇਹ ਵੀ ਆ ਗਿਆ ਸੀ ਮੈਸੇਜ, ਤੁਹਾਡੀ ਰਿਪਰੈਜ਼ੈਂਟੇਸ਼ਨ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਪਹੁੰਚ ਗਈ ਆ, ਉਹ ਹੁਣ ਤੁਹਾਨੂੰ ਸੱਦਣਗੇ। ਪਰ 2-3 ਰਿਮਾਈਂਡਰ ਦੇਣ ਦੇ ਬਾਵਜੂਦ ਵੀ ਉਹਦਾ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਜੋ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਮੰਗ ਕਰ ਰਹੀ ਹੈ ਅਤੇ ਹੁਣ ਐਸਜੀਪੀਸੀ ਨੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਖੈਰ, ਇਸ ਦਾ ਅਸਰ ਕਿੰਨਾ ਕੁ ਹੁੰਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਹੀ ਚਰਚਾ ਕਰਾਂਗੇ ਔਰ ਪਹਿਲੀ ਗੱਲ ਹੈ ਸਾਥ ਵਾਲੀ ਤੇ ਦੂਜਾ ਪੁਆਇੰਟ ਜੋ ਅੱਜ ਚਰਚਾ ਦਾ ਵਿਸ਼ਾ ਹੋਏਗਾ ਕਿ ਕਿਸ ਪਲੇਟਫਾਰਮ ਦੇ ਉੱਤੇ ਮੁੱਦਾ ਚੁੱਕਿਆ ਜਾਣਾ ਚਾਹੀਦਾ ਤੇ ਜੋ ਇਸ ਸਮੇਂ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਦਾ ਅਸਰ ਕੀ ਵਾਕਈ ਕੇਂਦਰ ਦੀ ਸਰਕਾਰ ਦੇ ਉੱਤੇ ਪਏਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ।
मैं शुरुआत करदा सब तो पहला तुहाडा तारुफ करवाना अज दे मेहमानां दे नाल साडे नाल एसएस चन्नी जी जुड़ रहे ने बीजेपी ਨੂੰ ਰਿਪਰੈਜ਼ੈਂਟ ਕਰਨਗੇ केंद्र ਦੀ ਸਰਕਾਰ ਦੇ ਵਿੱਚ बीजेपी ਇਸ ਸਮੇਂ ਹਾਕਮ ਤੇ ਰਹਿ ਤਾਂ ਇਸ ਕਰਕੇ बीजेपी ਤੋਂ ਬਹੁਤ ਸਾਰੇ ਸਵਾਲ ਹੋਣਗੇ ਚੰਨੀ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਨੇ ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ ਬਲਜੀਤ ਸਿੰਘ ਦਾਦੂਵਾਲ ਜੀ ਨੇ ਪ੍ਰਧਾਨ ਨੇ ਐਚਐਸਜੀਪੀਸੀ ਦੇ ਤੇ ਸਾਡੇ ਨਾਲ ਮਨਜੀਤ ਸਿੰਘ ਭੋਮਾ ਜੀ ਨੇ ਡੀਐਸਜੀਐਮਸੀ ਨੂੰ ਰਿਪਰੈਜ਼ੈਂਟ ਕਰਨਗੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਸ਼ੁਰੂਆਤ ਕਰਦਾ ਹਾਂ पहला एसजीपीसी तो उस तो बाद मैं बाकी मेहमानों का रुख करांगा गरेवाल साहब साथ नहीं मिल रहा मैं इसी पॉइंट तो शुरू कर दा कि कमेटी बनाई गई सी वो कमेटी की अगे काम नहीं कर रही कि एक मीटिंग तो बाद अगे गल नहीं तुरी या उस संगरूर दे बाई इलेक्शन तो बाद वो कमेटी खत्म हो गई गौरव जी मसला यह है कि मैं इस डिबेट ਨੂੰ ਕਿਸੇ ਤਰ੍ਹਾਂ ਦੇ ਉਲਝੇਵੇਂ ਚ ਨਹੀਂ ਬਾਹਲਾ ਹੀ ਪਾਉਣਾ ਚਾਹੁੰਦਾ ਜੀ ਮੈਂ ਕਹਾਂ ਦਾਦੂਵਾਲ ਸਾਹਿਬ ਫਲਾਣੇ ਨੇ ਤੇ ਭੋਮਾ ਸਾਹਿਬ ਉਹਦੇ ਨੇ ਤੇ ਫਲਾਣਾ ਮੈਂ ਪਰ ਪੋਜ਼ਿਟਿਵ ਗੱਲ ਤੋਂ ਸਟਾਰਟ ਕਰਨੀ ਚਾਹੁੰਦਾ ਮੈਂ ਨਹੀਂ ਚਾਹੂੰਗਾ ਕਿ ਇੱਥੇ ਰਾਮ ਰੌਲਾ ਪਾ ਕੇ ਆਪਾਂ ਡਿਬੇਟ ਖਤਮ ਕਰ ਦਈਏ ਗੱਲ ਬੜੀ ਸੈਂਸਿਟਿਵ ਆ ਸਿੱਖਾਂ ਦੇ ਭਾਵਨਾ ਨਾਲ ਜੁੜਿਆ ਮੁੱਦਾ ਬਿਲਕੁਲ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਮੀਟਿੰਗ ਆਪਣੇ ਆਪ ਦੇ ਵਿੱਚ ਉਸੇ ਤਰ੍ਹਾਂ ਦੀ ਆ ਜਿਵੇਂ 11 ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਚਲੋ ਉਹਦੇ ਪਿੱਛੇ ਕੀ ਕਾਰਨ ਬਣੇ ਜੇ ਸਾਡੇ ਸਾਥੀ ਇਸ ਗੱਲ ਦੀ ਘੋਖ ਕਰਨਗੇ ਤੇ ਮੈਂ ਉਹਦਾ ਜਵਾਬ ਜ਼ਰੂਰ ਦਊਂਗਾ ਪਰ ਮੈਂ ਅੱਜ ਦੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜੀ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਕਰੀਬ 100 ਦੇ ਕਰੀਬ ਉੱਥੇ ਪਹੁੰਚੇ ਸਨ ਜਿਹਦੇ ਚ ਕਿਹਾ ਜਾ ਸਕਦਾ ਹੈ ਕਿ ਵੱਖਰੇ ਵੱਖਰੇ ਵਿਚਾਰ ਦੇ ਲੋਕ ਸਾਰੇ ਪਹੁੰਚੇ ਸੀ ਮੈਂ ਖੁਸ਼ਖਬਰੀ ਇਹ ਦੇਣੀ ਚਾਹੁੰਦਾ ਵੈਸੇ ਤਾਂ ਤੁਹਾਡੇ ਕੋਲ ਸਾਰੀ ਪਹੁੰਚ ਗਈ ਹੋਣੀ ਆ ਕਿ ਬਹੁਤ ਇੱਕ ਚੰਗੇ ਮਾਹੌਲ ਦੇ ਵਿੱਚ ਤੇ ਚੰਗੇ ਆਪਸੀ ਵਿਚਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਲੇਟਫਾਰਮ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਅਗਲਾ ਮੋਰਚਾ ਆਰੰਭੇਗੀ ਜਿਹਦੇ ਵਿੱਚ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ 12 ਤਰੀਕ ਨੂੰ ਉਹ ਧਰਨੇ ਨੇ ਉਸ ਤੋਂ ਬਾਅਦ ਇੱਕ ਜਨਤਕ ਲਹਿਰ ਜਿਹੜੀ ਆਰੰਭ ਕਰਨੀ ਚਾਹੀਦੀ ਹੈ ਇਹ ਸਾਰੇ ਕਾਸੇ ਦੇ ਵਿੱਚ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਭਰੇ ਦਿਲ ਨਾਲ ਕੁਝ ਵਿਚਾਰਾਂ ਕੀਤੀਆਂ ਨੇ ਕਿ ਪਿਛਲੇ ਸਮੇਂ ਵਿੱਚ ਅਸੀਂ ਚੰਗੀ ਆਸ ਲੈ ਕੇ ਚੱਲੇ ਸੀ ਚਲੋ ਉਹਦਾ ਕੀ ਕਾਰਨ ਬਣਿਆ ਉਹ ਗੱਲ ਉਹ ਕਮੇਟੀ ਦੀ ਸਿਰੇ ਨਾ ਚੜ ਸਕੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਅੱਗੇ ਨਾ ਵੱਧ ਸਕੇ ਸੋ ਇਹ ਗੱਲ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਜਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਇਹ ਟੋਟਲ ਨਿਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਹੇਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਜਾਂ ਕੋਈ ਸਿਆਸੀ ਆਗੂ ਦੀ ਕਹਿੰਦੇ ਹੁੰਦੇ ਆ ਉੱਥੇ ਚੜ੍ਹਤ ਜਾਂ ਕਿਸੇ ਦੀ ਜਾਇਜ਼ਾਕਾਰ ਨਹੀਂ ਹੋਏਗੀ ਜੇ ਕੋਈ ਵਫਦ ਭੇਜਣ ਦੀ ਗੱਲ ਆਈ ਆ ਜਿਹੜੇ 5 ਮੈਂਬਰੀ ਉਹ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਜਾਣਗੇ ਅਗਲੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਕਰਨਗੇ ਕੋਈ ਵੀ ਪੰਥਕ ਧਿਰ ਇਸ ਵਿੱਚ ਸ਼ਾਮਲ ਹੋਵੇ ਜਿਹਨੂੰ ਅਸੀਂ ਕਹਾਂਗੇ ਪੰਥ ਦਰਦੀ ਉਹ ਇਹਨਾਂ ਸਮਾਗਮਾਂ ਸ਼ਾਮਲ ਹੋ ਸਕਦੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਗੱਲ ਦੇ ਕਰਕੇ ਰੌਲਾ ਪਿਆ ਸੀ ਕਿ ਰਾਜਨੀਤਿਕ ਲੋਕ ਉਹ ਕਹਿੰਦਾ ਸੀ ਆਹ ਕਿਉਂ ਹੈਗਾ ਆਹ ਕਿਉਂ ਨਹੀਂ ਹੈਗਾ ਅਸੀਂ ਇਹ ਚੰਗੀ ਖਬਰ ਦੇਣੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਰਾਜਨੀਤਿਕ ਦਲਦਲ ਚੋਂ ਲਾਂਭੇ ਹੋ ਕੇ ਇਸ ਮੁਹਿੰਮ ਨੂੰ ਚਲਾ ਰਹੀ ਹੈ ਮੈਨੂੰ ਪੂਰੀ ਆਸ ਹੈ ਕਿ ਅੱਜ ਦੀ ਇਹ ਮੀਟਿੰਗ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਹੋਏਗੀ ਤੇ ਆਉਣ ਵਾਲੇ ਸਮੇਂ 'ਚ ਦਿੱਲੀ ਦੀ ਜਿਹੜੀ ਮੋਦੀ ਸਰਕਾਰ ਹੈ ਤੇ ਕੇਜਰੀਵਾਲ ਦੀ ਸਰਕਾਰ ਹੈ ਉਹਦੇ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹਨੂੰ ਚਿੰਤਾ ਜਿਹੜਾ ਕਰਨੀ ਪਵੇਗੀ ठीक है मैं एक और चीज जाननी चाहना है कि ਜਿਹੜੀ ਉਹ 11 ਮੈਂਬਰੀ ਕਮੇਟੀ ਬਣੀ ਸੀ ਉਹ ਵਜੂਦ ਦੇ ਵਿੱਚ ਹੈ ਜਾਂ ਉਸ ਨੂੰ ਹੁਣ ਖਤਮ ਸਮਝਿਆ ਜਾਵੇ ਗਰੇਵਾਲ ਸਾਹਿਬ ਦੇਖੋ ਮੈਂ ਫੇਰ ਇਹ ਕਹਿਣਾ ਮੈਂ ਕਰਤਨ ਨਹੀਂ ਹਲੇ ਪੈਦਾ ਕਰਨੀ ਚਾਹੁੰਦਾ ਕਿਸੇ ਤਰ੍ਹਾਂ ਦੀ ਜਦੋਂ ਉਹ ਕਮੇਟੀ ਦੇ ਵਿੱਚ ਬੰਦੇ ਸ਼ਾਮਲ ਹੀ ਨਾ ਹੋਏ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਕਹਿਤਾ ਕਿ ਸਾਡੀ ਕਮੇਟੀ ਵੱਖਰੀ ਬਣਾਈ ਜਾਵੇ ਅਸੀਂ ਵੱਖਰਾ ਕੰਮ ਕਰਨਾ ਚਾਹੁੰਦੇ ਹਾਂ ਸੋ ਇਸ ਕਰਕੇ ਬਜਾਏ ਕਿ ਅਸੀਂ ਇਸ ਅਲਝਣ 'ਚ ਫਸੀਏ ਕਿਉਂਕਿ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਚਾਹੁੰਦੀਆਂ ਨੇ ਕਿ ਹਮੇਸ਼ਾ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਰਵੇ ਇਹ ਕੋਈ ਵੀ ਜਿਹੜਾ ਐਜੀਟੇਸ਼ਨ ਆਰੰਭਦੇ ਆ ਖਾਸ ਤੌਰ ਤੇ ਬੰਦੀ ਸਿੰਘਾਂ ਦਾ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਆਪਸੀ ਉਲਝਣ ਪਈ ਰਵੇ ਸੋ ਸਾਰੀਆਂ ਉਲਝਣਾਂ ਤੋਂ ਬਚਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੋਲ ਇਹ ਪ੍ਰੋਗਰਾਮ ਲਿਖਿਆ ਜੀ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਐਸਜੀਪੀਸੀ ਜਿਹੜਾ ਪੂਰਾ ਪ੍ਰਦਰਸ਼ਨ ਹੈ ਜਾਂ ਪੂਰਾ ਜਿਹੜਾ ਪ੍ਰੋਗਰਾਮ ਹੈ 12 ਤਰੀਕ ਵਾਲਾ ਉਸ ਨੂੰ ਲੀਡ ਕਰੇਗੀ ਐਸਜੀਪੀਸੀ ਦੀ ਅਗਵਾਈ ਦੇ ਵਿੱਚ ਹੋਏਗਾ ਮੈਂ ਦਾਦੂਵਾਲ ਸਾਹਿਬ ਦਾ ਰੁਖ ਕਰਦਾ ਦਾਦੂਵਾਲ ਸਾਹਿਬ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਰਾਹ ਵੱਖੋ ਵੱਖਰੇ ਹੋ ਸਕਦੇ ਨੇ ਮੰਜ਼ਿਲ ਇੱਕੋ ਹੈ ਤੇ ਇੱਥੇ ਵੀ ਉਹੀ ਚੀਜ਼ ਨਜ਼ਰ ਆਉਂਦੀ ਹੈ ਤੇ ਤਾਲਮੇਲ ਕਿਉਂ ਨਹੀਂ ਬਣਦਾ ਸਾਰੀਆਂ ਜਥੇਬੰਦੀਆਂ ਦਾ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਕਦੇ ਇਕੱਠੇ ਹੋਣ ਦਾ ਜ਼ਿਕਰ ਹੋ ਰਿਹਾ ਸੀ ਉਹ ਬਿਲਕੁਲ ਹੁਣ ਵੱਖੋ ਵੱਖਰੇ ਨਜ਼ਰ ਆਉਂਦੇ ਨੇ ਐਸਜੀਪੀਸੀ ਕਹਿ ਰਹੀ ਹੈ ਕਿ ਸਾਨੂੰ ਸਾਥ ਮਿਲਿਆ ਹੀ ਨਹੀਂ ਦੇਖੋ ਜੀ ਮੈਂ ਤਾਂ ਇਹਦੇ ਵਿੱਚ ਇੱਕੋ ਗੱਲ ਕਹਿਣੀ ਚਾਹੁੰਦਾ ਜਿੰਨੇ ਵੀ ਸਰੋਤੇ ਇਸ ਵੇਲੇ ਤੁਹਾਨੂੰ ਲੱਖਾਂ ਦੀ ਤਾਦਾਦ ਵਿੱਚ ਦੇਖ ਰਹੇ ਸੁਣ ਰਹੇ ਆ ਉਹ ਸਭ ਨੂੰ ਪਤਾ ਕਿ ਜਦੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ
ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਨੇ ਪੰਥ ਨੂੰ ਆਵਾਜ਼ ਮਾਰੀ ਸੀ ਤਾਂ ਅਸੀਂ ਨੰਗੇ ਪੈਰੀਂ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪੁੱਜੇ ਸੀ। ਸੰਪਰਦਾਵਾਂ, ਟਕਸਾਲਾਂ, ਕਮੇਟੀਆਂ ਜੀ। ਉਸ ਤੋਂ ਬਾਅਦ ਕਮੇਟੀ ਉਹਨਾਂ ਨੇ ਬਣਾਈ। ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਸਿਰਫ ਇੰਨਾ ਇਤਰਾਜ਼ ਕੀਤਾ ਗਿਆ, ਜੇ ਧਾਰਮਿਕ ਬਣਾਈ ਜਾਂਦੀ ਤਾਂ ਬਹੁਤ ਵਧੀਆ ਗੱਲ ਸੀ, ਪਰ ਕਮ ਸੇ ਕਮ ਜੇ ਰੋਜ਼ ਰਾਜਨੀਤਿਕ ਵੀ ਪਾਉਣੇ ਸੀ ਤਾਂ ਉਹ ਲੋਕ ਨਾ ਪਾਏ ਜਾਂਦੇ ਜਿਨ੍ਹਾਂ ਨੇ ਖੁਦ ਬੰਦੀ ਬਣਾਏ ਆਪਣੇ ਰਾਜਕਾਜ ਦੇ ਦੌਰਾਨ। ਜਿਵੇਂ ਬਾਪੂ ਸੂਰਜ ਸਿੰਘ ਨੂੰ 2015 ਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਬੰਦੀ ਬਣਾਇਆ ਸੀਗਾ। ਪਰ ਇਸ ਦੇ ਬਾਵਜੂਦ ਮੇਰਾ ਲੈਟਰ ਤੁਸੀਂ ਅੱਜ ਵੀ ਉਹ ਕੱਢ ਕੇ ਦੇਖੋ, ਉਹਦੇ ਚ ਅਸੀਂ ਸੁਝਾਅ ਵੀ ਦਿੱਤੇ ਤੇ ਇਤਰਾਜ਼ ਵੀ ਕੀਤਾ ਸੀਗਾ। ਸਰਦਾਰ ਧਾਮੀ ਸਾਹਿਬ ਉਹਨਾਂ ਨੇ ਨਰੋਲ ਕਮੇਟੀ ਬਣਾਤੀ, ਸਾਡਾ ਮਤਲਬ ਉਹ ਸੁਝਾਅ ਮੰਨਿਆ, ਮੈਂ ਇਸ ਗੱਲ ਦੀ ਸ਼ਲਾਘਾ ਕਰਦਾ। ਪਰ ਜੀ ਉਹਨਾਂ ਨੇ ਤਾਂ ਧਾਰਮਿਕ ਸੰਸਥਾਵਾਂ ਵੀ ਛੱਡ ਦਿੱਤੀਆਂ, ਕੱਲੀ ਐਸਜੀਪੀਸੀ ਰੱਖ ਲਈ। ਪੰਥ ਨੂੰ ਇਕੱਤਰਤਾ, ਏਕਤਾ ਦੇ ਨਾਲ ਲੈ ਕੇ ਤੁਰਨਾ ਸਰਦਾਰ ਧਾਮੀ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਸੀਗੀ। ਜੇ ਤਾਂ ਉਹਨਾਂ ਨੇ 11 ਮੈਂਬਰੀ ਦੀ ਦੂਜੀ ਕੋਈ ਮੀਟਿੰਗ ਸੱਦੀ ਹੋਵੇ ਤੇ ਅਸੀਂ ਗਏ ਨਾ ਹੋਈਏ, ਫੇਰ ਤਾਂ ਉਹ ਕਹਿ ਸਕਦੇ ਆ ਕਿ ਸਾਨੂੰ ਸਹਿਯੋਗ ਨਹੀਂ ਮਿਲਿਆ। ਕਮੇਟੀ ਦੀ ਤਾਂ ਦੂਜੀ ਕੋਈ ਮੀਟਿੰਗ ਜੀ ਕੋਈ ਸੱਦੀ ਗਈ ਨਹੀਂ, ਕਿਸਨੇ ਸੱਦਣੀ ਸੀ ਦਾਦੂਵਾਲ ਜੀ, ਕਿਸਨੇ ਸੱਦਣੀ ਸੀ? ਮੈਂ ਤਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਤਾਲਮੇਲ ਨਹੀਂ ਬਣੇ। ਸਰਦਾਰ ਧਾਮੀ ਸਾਹਿਬ, ਐਸਜੀਪੀਸੀ ਨੇ ਸੱਦਣੀ। ਸਾਹਿਬ ਇਸ ਕਮੇਟੀ ਦੇ ਹੈੱਡ ਸੀਗੇ ਉਹ ਕਮੇਟੀ ਦੇ, ਕਿਉਂਕਿ ਉਹਨਾਂ ਦੀ ਆਵਾਜ਼ ਤੇ ਹੀ ਅਸੀਂ ਸਾਰੇ ਗਏ ਸੀ, ਉਹਨਾਂ ਦੇ ਸੱਦੇ ਤੇ, ਔਰ ਉਹਨਾਂ ਨੂੰ ਸਪੈਸ਼ਲੀ ਕੱਲਿਆਂ ਨੂੰ ਮਿਲ ਕੇ ਵੀ ਆਏ ਸੀ ਕਿ ਸਰਦਾਰ ਧਾਮੀ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਤੁਸੀਂ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਆਵਾਂਗੇ, ਤੁਹਾਡੇ ਕੋਲ ਆਵਾਂਗੇ। ਜਿਹੜਾ ਸਾਡਾ ਇਤਰਾਜ਼ ਸੀ ਉਹ ਤੁਸੀਂ ਨੋਟ ਕਰ, ਜਿਹੜੇ ਸੁਝਾਅ ਨੋਟ ਕਰ ਲਓ, ਅਸੀਂ ਤੁਹਾਡਾ ਸਾਥ ਦਿਆਂਗੇ। ਪਰ ਉਹਨਾਂ ਨੇ ਤਾਂ ਦੂਜੀ ਮੀਟਿੰਗ ਸੱਦੀ ਕੋਈ ਨਹੀਂ ਹੈ, ਕਿਉਂਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਉਸ ਕਮੇਟੀ ਚੋਂ ਬਾਹਰ ਨਹੀਂ ਸੀ ਕਰ ਸਕਦੇ। ਅਸੀਂ ਤਾਂ ਇਹ ਵੀ ਕਹਿ ਰਹੇ ਸੀ ਸਰਦਾਰ ਧਾਮੀ ਸਾਹਿਬ ਨੂੰ, ਤੁਸੀਂ ਪੁੱਛੋ ਕਿ ਜੇਕਰ ਸਰਦਾਰ ਬਾਦਲ ਦੇ ਕਹਿਣ ਤੇ ਤੁਸੀਂ ਸਾਨੂੰ ਬਾਹਰ ਵੀ ਕਰ ਦੋਗੇ ਨਾ ਕਮੇਟੀ ਤੋਂ, ਅਸੀਂ ਤਾਂ ਵੀ ਤੁਹਾਡਾ ਐਸਜੀਪੀਸੀ ਦਾ ਸਾਥ ਦਿਆਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ, ਕਿਉਂਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ। ਅਸੀਂ ਕਿਹਾ ਸੀ ਕਿ ਇਹਦੇ ਵਿੱਚ ਰਾਜਨੀਤੀ ਨਾ ਹੋਵੇ, ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਤੇ ਬਾਦਲ ਪਰਿਵਾਰ ਨੂੰ ਸਰਵਾਈਵ ਕਰਨ ਦਾ ਜਾਂ ਉਹਨਾਂ ਨੂੰ ਆਕਸੀਜਨ ਦੇਣ ਦਾ ਜਿਹੜਾ ਹੈਗਾ ਇਹ ਕੋਈ ਰਾਹ ਨਾ ਹੋਵੇ, ਕੇਵਲ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਉਹਦੇ ਤੇ ਅਸੀਂ ਪੂਰਾ ਸਹਿਯੋਗ ਦਿਆਂਗੇ। ਤੁਸੀਂ ਆਪਣਾ ਪਿਛਲਾ ਰਿਕਾਰਡ ਉਸ ਵੇਲੇ ਤੋਂ ਹੁਣ ਤੱਕ ਦਾ ਦੇਖ ਲਓ, ਅਸੀਂ ਕਿਤੇ ਵੀ ਜਾਣ ਤੋਂ ਮਨਾ ਕੀਤਾ ਹੋਵੇ, ਇਹ ਸਰਦਾਰ ਧਾਮੀ ਸਾਹਿਬ ਨੇ ਸੱਦਿਆ ਹੋਵੇ, ਅਸੀਂ ਗਏ ਨਾ ਹੋਈਏ, ਸਹਿਯੋਗ ਨਾ ਦਿੱਤਾ ਹੋਵੇ। ਇਹ ਤਾਂ ਸਰਦਾਰ ਧਾਮੀ ਸਾਹਿਬ ਨੇ ਕਮੇਟੀ ਬਣਾਈ ਤੇ ਸਰਦਾਰ ਧਾਮੀ ਸਾਹਿਬ ਨੇ ਪਤਾ ਨਹੀਂ ਕਦੋਂ ਭੰਗ ਕਰ ਦਿੱਤੀ। ਚਲੋ ਰਿਐਕਸ਼ਨ ਜ਼ਰੂਰੀ ਹੈ, ਜਵਾਬ ਦੇ ਸਕਦੇ ਠੀਕ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਗਰੇਵਾਲ ਸਾਹਿਬ, ਇੱਕ ਰਿਐਕਸ਼ਨ ਜ਼ਰੂਰੀ ਹੈ, ਮੈਂ ਭੋਮਾ ਜੀ ਦਾ ਉਸ ਤੋਂ ਬਾਅਦ ਰੁਕ ਕਰਦਾ। ਚੰਨੀ ਜੀ ਵੀ ਇੰਤਜ਼ਾਰ ਕਰ ਰਹੇ ਨੇ। ਗੁਰਚਰਨ ਸਿੰਘ ਗਰੇਵਾਲ ਜੀ, ਮੈਂ ਨਾ ਜੀ ਬੇਨਤੀ ਇਹ ਕਰਦਾ ਸੀ ਕਿ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀ, ਸ਼ਾਇਦ ਮੇਰੀ ਗੱਲ ਦਾ ਅਸਰ ਦਾਦੂਵਾਲ ਸਾਹਿਬ ਨੇ ਨਹੀਂ ਕੀਤਾ। ਮੈਂ ਅੱਜ ਦੀ ਇਸ ਡਿਬੇਟ ਨੂੰ ਬਾਦਲ ਵਰਸਸ ਕਿਸੇ ਹੋਰ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਸੈਂਸਿਟਿਵ ਮੁੱਦਾ ਵਾ, ਪਰ ਇਹ ਉਹੀ ਰਾਗ ਲਾਪਣੋ ਤੇ ਬਹੁਤ ਵੱਡਾ ਝੂਠ ਬੋਲਣ ਤੋਂ ਗਰੇਜ ਨਹੀਂ ਕਰ ਰਹੀ। ਸੰਤਾਂ ਬਾਣਾ ਪਾਇਆ, ਮੈਂ ਬਾਣੇ ਦਾ ਸਤਿਕਾਰ ਕਰਦਾ। ਦਾਦੂਵਾਲ ਸਾਹਿਬ, ਮੈਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਸੀ। ਅੱਜ ਜਿਹੜਾ ਕੋਈ ਤੁਸੀਂ ਇੱਥੇ ਬੋਲ ਰਹੇ ਹੋ ਨਾ, ਉਹ ਤੁਸੀਂ ਗੱਲ ਕਲੀਅਰ ਕਰੋ ਕਿ ਤੁਸੀਂ ਜਿਹੜੀ ਇਹ 11 ਮੈਂਬਰੀ ਕਮੇਟੀ ਬਣੀ ਸੀ, ਇਹ 11 ਮੈਂਬਰੀ ਕਮੇਟੀ ਦਾ ਐਡਾ ਵੱਡਾ ਅਸਰ ਹੋਇਆ ਕਿ ਦਿੱਲੀ ਦੀ ਜਿਹੜੀ ਸਰਕਾਰ ਸੀ ਉਹ ਆਪਣੇ ਆਪ ਤੇ ਹਿੱਲ ਗਈ ਸੀ। ਪਰ ਦਾਦੂਵਾਲ ਸਾਹਿਬ ਜਿਹੜੇ ਕਿ ਬਹੁਤ ਵੱਡੇ ਚਹੇਤੇ ਨੇ, ਜਿਹੜੇ ਬੀਜੇਪੀ ਦੇ ਚਹੇਤੇ ਨੇ, ਆਰਐਸਐਸ ਦੇ ਚਹੇਤੇ ਨੇ, ਹਰ ਆਰਐਸਐਸ ਦੇ ਪ੍ਰੋਗਰਾਮ ਦੇ ਵਿੱਚ ਇਹ ਉੱਥੇ ਪਾਏ ਜਾਂਦੇ ਨੇ ਤੇ ਉਹਨਾਂ ਤੇ ਭਰੋਸਾਏ ਨੇ। ਇਹਨਾਂ ਨੇ ਉਸ ਨੂੰ ਭੰਗ ਕਰਨ ਦਾ ਕੋਈ ਨਾ ਕੋਈ ષੜਯੰਤਰ ਵਰਤਿਆ। ਪਹਿਲਾਂ ਇਹਨਾਂ ਨੇ ਚਿੱਠੀ ਲਿਖੀ, ਮੀਟਿੰਗ ਵਿੱਚ ਸ਼ਾਮਲ ਰਹੇ, ਮੀਟਿੰਗ ਤੋਂ ਬਾਅਦ ਇਹਨਾਂ ਨੇ ਚਿੱਠੀ ਲਿਖ ਕੇ ਧਾਮੀ ਸਾਹਿਬ ਨੂੰ ਇਹ ਗੱਲ ਕਹੀ। ਉਸ ਤੋਂ ਬਾਅਦ ਦਿੱਲੀ ਕਮੇਟੀ ਦੇ ਨਾਲ ਜਿਹੜੀ ਕਿ ਆਪਸੀ ਚ ਖਵਾਜੇ ਝੂਠ ਨਾ ਬੋਲਿਓ, ਗੱਲ ਪੂਰੀ ਕਰਨ ਦਿਓ, ਮੈਂ ਤੁਹਾਡੇ ਚ ਬੋਲਿਆ ਨਹੀਂ। ਹਾਂ, ਜਵਾਬ ਦਿਆਂਗੇ। ਇਹ ਦੋਨਾਂ ਜੜਿਆਂ ਨੇ ਫਿਰ ਪ੍ਰਧਾਨ ਸਾਹਿਬ ਫਿਰ ਚਿੱਠੀ ਲਿਖੀ ਜਥੇਦਾਰ ਸਾਹਿਬ ਨੂੰ ਕਿ ਅਸੀਂ ਇਹ ਤੋਂ ਵੱਖ ਹੋਣਾ ਚਾਹੁੰਦੇ ਆ, ਅਸੀਂ ਆਪਣੀ ਵੱਖਰੀ ਜਿਹੜੀ ਇਹ ਕਮੇਟੀ ਕਰਨਾ ਚਾਹੁੰਦੇ ਆ। ਮੈਂ ਪਹਿਲਾਂ ਇਸ ਗੱਲ 'ਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਪਰ ਮੈਂ ਅੱਜ ਇਹ ਗੱਲ ਕਹਿ ਨਹੀਂ ਚਾਹੁੰਦਾ। ਮਤਲਬ ਤੁਸੀਂ ਕਹਿ ਰਹੇ ਹੋ ਇੱਕ ਬੰਦੀ ਸਿੰਘਾਂ ਦੀ, ਮੇਰੀ ਪੂਰੀ ਸੁਣ ਲਓ ਗੱਲ ਜੀ, ਕਰ ਲਓ ਕੰਪਲੀਟ ਕਰ ਲਓ। ਰਿਹਾਈ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਹ ਸੁਹਿਰਦ ਨਹੀਂ ਹੈਗੀ। ਉਸ ਦੇ ਪ੍ਰਭਾਵ ਦੇ ਵਿੱਚ ਇਹਨਾਂ ਨੇ ਦਾਦੂਵਾਲ ਸਾਹਿਬ ਨੇ ਤੇ ਕਾਲਕਾ ਸਾਹਿਬ ਨੇ, ਇਹਨਾਂ ਨੇ ਉਹ ਗੱਠਜੋੜ ਨੂੰ ਪੂਰਨ ਤੌਰ ਤੇ ਤੋੜਿਆ। ਤੇ ਮੈਂ ਹੁਣ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਵੀ ਤੁਹਾਡੇ ਦੇ ਮੂਹਰੇ ਹੱਥ ਬੰਨੇ, ਅਸੀਂ ਸਿਆਸੀ ਪਿੜ ਨੂੰ ਪਾਸੇ ਕਰਤਾ, ਇਸ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਰੋੜਾ ਨਾ ਬਣੋ। ਲੋਕ ਇਹ ਸਾਰੀ ਗੱਲ ਜਾਣਦੇ ਆ। ਸੋ ਮੈਂ ਬੇਨਤੀ ਇਹ ਕਰਦਾ, ਤੁਸੀਂ ਇੱਕ ਚੀਜ਼ ਕਹਿ ਰਹੇ ਹੋ ਕਿ ਉਸ ਕਮੇਟੀ ਤੋਂ ਵੱਖ ਹੋਣ ਦੇ ਲਈ
ਦਾਦੂਵਾਲ ਜੀ ਨੇ ਚਿੱਠੀ ਲਿਖੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਤੁਸੀਂ ਇਹ ਕਹਿ ਰਹੇ ਸਭ ਹੋ। ਤੋਂ ਪਹਿਲਾਂ ਦਾਦੂਵਾਲ ਸਾਹਿਬ, ਸਭ ਤੋਂ ਪਹਿਲਾਂ ਦਾਦੂਵਾਲ ਠੀਕ ਹੈ, ਚਲੋ ਜਵਾਬ ਲੈ ਲਈਏ। ਚਿੱਠੀ ਲਿਖੀ ਵਰਮਾ ਜੀ ਥੋੜਾ ਜਿਹਾ ਹੋਰ ਇੰਤਜ਼ਾਰ ਕਰਿਓ। ਕਮੇਟੀ ਦੇ ਪ੍ਰਧਾਨ ਨੂੰ, ਉਸ ਤੋਂ ਬਾਅਦ ਠੀਕ ਹੈ, ਜਵਾਬ ਸਾਹਿਬ ਨੇ ਚਿੱਠੀ ਲਿਖੀ ਜੀ ਜਥੇਦਾਰ ਸਾਹਿਬ ਨੂੰ। ਜੀ ਜਵਾਬ ਲੈ ਲੈਣ ਦਿਓ, ਜਵਾਬ ਲੈ ਲੈਣ ਦਿਓ ਦਾਦੂਵਾਲ ਜੀ। ਦੇਖੋ ਜਿਸ ਦਿਨ ਨਾ ਇਹ ਕਮੇਟੀ ਬਣਾਏਗੀ 16 ਤਰੀਕ ਨੂੰ, 17 ਤਰੀਕ ਨੂੰ ਮੈਨੂੰ ਸੱਦਾ ਆਇਆ। ਸੱਦੇ ਵਾਲੇ ਦਿਨ ਹੀ ਇਹਦਾ ਇਤਰਾਜ਼ ਕੀਤਾ, ਕਿਉਂਕਿ ਪਹਿਲਾ ਨਾਂ ਉੱਤੇ 11 ਮੈਂਬਰੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀਗਾ। ਉਦੋਂ ਸੱਦਾ ਆਇਆ ਕਿ 19 ਨੂੰ ਮੀਟਿੰਗ ਹੈ, 18 ਨੂੰ ਮੈਂ ਚਿੱਠੀ ਲਿਖੀ ਆ, 19 ਦੀ ਮੀਟਿੰਗ ਦੇ ਵਿੱਚ ਦਿੱਤੀ ਆ। ਆਪਣਾ ਗਰੇਵਾਲ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਹਰ ਵਾਰੀ ਬਾਣੇ ਵੱਲ ਨਹੀਂ ਜਾਈਦਾ, ਬਾਣਾ ਗੁਰੂ ਦਾ ਵਾ। ਬਾਣੇ ਵਾਲੇ ਪਾਸੇ ਨਾ ਜਾਇਆ ਕਰੋ। ਜੇ ਮੈਂ ਤੁਹਾਡੇ ਵਾਲੇ ਪਾਸੇ ਚਲੇ ਗਿਆ ਤੁਹਾਨੂੰ ਭੱਜਣਾ ਔਖਾ ਹੋ ਜਾਊਗਾ। ਮੈਂ ਇੱਕ ਗੱਲ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ, ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ, ਨਹੀਂ ਬੇਨਤੀ ਚਾਹੁੰਦਾ ਨਹੀਂ, ਪਰ ਝੂਠ ਬੋਲਣ ਦੀ ਨਾ, ਜਿਹੜਾ ਝੂਠ ਬੋਲਣ ਦੀ ਜਿਹੜੀ ਆ ਜਵਾਬ ਦਿਓ। ਜਿਹੜੀ 11 ਮੈਂਬਰੀ ਕਮੇਟੀ ਆ ਉਹਦੇ ਵਿੱਚ ਜਦੋਂ ਮੇਰਾ ਸਮਾਂ ਆਇਆ, 5 ਮੇਰੇ ਤੋਂ ਪਹਿਲਾਂ ਬੋਲ ਲਏ ਸੀ, 5 ਨੇ ਬਾਅਦ ਚ ਬੋਲਣਾ, 6ਵਾਂ ਨੰਬਰ ਮੇਰਾ ਸੀ। ਕਮੇਟੀ ਦੇ ਦੌਰਾਨ ਮੈਂ ਚਿੱਠੀ ਦਿੱਤੀ। ਤੁਸੀਂ ਝੂਠ ਬੋਲ ਰਹੇ ਹੋ ਟੀਵੀ ਤੇ ਕਿ ਮੈਂ ਕਮੇਟੀ ਦੀ ਮੀਟਿੰਗ ਤੋਂ ਬਾਅਦ ਚਿੱਠੀ ਲਿਖੀ ਹੈ। ਬਾਅਦ ਦਿੱਤੀ ਆ ਲੈ ਝੂਠ। ਉੱਥੇ ਇੱਕ ਗੱਲ ਹੋਰ ਦੇਖੋ, ਅੱਜ ਗਰੇਵਾਲ ਸਾਹਿਬ ਤੁਸੀਂ ਬਹੁਤ ਬੁਰੀ ਤਰ੍ਹਾਂ ਨਾਲ ਫਸੇ ਹੋ। ਤੁਸੀਂ ਆਪਣਾ ਰਿਕਾਰਡ ਮਿੰਟ ਚੈੱਕ ਕਰਿਓ ਜਾ ਕੇ। ਜਿਹੜੀ 11 ਮੈਂਬਰੀ ਕਮੇਟੀ ਦੀ ਮੀਟਿੰਗ ਆ ਉਹਦੇ ਅੱਧ ਦੇ ਦੌਰਾਨ ਜਦੋਂ ਮੇਰੀ ਵਾਰੀ ਆਈ, ਮੈਂ ਜਿਸ ਵੇਲੇ ਬੋਲਿਆ ਮੈਂ ਕਿਹਾ ਸਰਦਾਰ ਬਾਦਲ ਸਾਹਿਬ ਤੁਹਾਨੂੰ ਜਵਾਬ ਦੇਣੇ ਪੈਣਗੇ ਬਰਗਾੜੀ ਦੇ ਬਾਈਬਲ ਦੇ ਬੇਅਦਬੀ ਕਾਂਡ ਦੇ। ਮੈਨੂੰ ਸੰਤ ਨਿਹਾਲ ਸਿੰਘ ਹੋਣਾ ਨੇ ਜਿਹੜੇ ਕਮੇਟੀ ਦੇ ਮੈਂਬਰ ਸੀ, ਉਹਨਾਂ ਆਖਿਆ ਸੰਤ ਜੀ ਅੱਜ ਦੀ ਗੱਲ ਕਰੀਏ, ਸਮਾਂ ਬੜਾ ਥੋੜਾ ਪਹਿਲਾਂ ਲੇਟ ਹੋ ਚੁੱਕਿਆ, ਆਪਾਂ ਸਮੇਂ ਦੀ ਗੱਲ। ਮੈਂ ਆਪਣਾ ਲੈਟਰ ਕੱਢ ਕੇ ਔਰ ਇਹਨਾਂ ਦਾ ਇੱਕ ਸਕੱਤਰ ਤੇ ਮੇਰਾ ਪੀਏ ਬਾਹਰੋਂ ਲੈ ਕੇ ਆਇਆ ਮੇਰਾ ਲੈਟਰ, ਕਿਉਂਕਿ ਗੱਡੀ 'ਚ ਰਹਿ ਗਏ ਸੀ ਉਹ ਜਿਹੜੀ ਮੇਰਾ ਇਨਵੋਲਵ ਸੀਗਾ। ਔਰ ਮੈਂ ਮੀਟਿੰਗ ਦੇ ਦੌਰਾਨ ਮੈਂ ਕਿਹਾ ਚੰਗਾ ਫਿਰ ਜੇ ਸਮਾਂ ਘਾਟਾ ਤੇ ਆ ਲੋ ਫੜੋ ਚਿੱਠੀ, ਧਾਮੀ ਸਾਹਿਬ ਨੂੰ ਰੀਜਨਲ ਫੜਾਈ ਮੀਟਿੰਗ ਦੇ ਦੌਰਾਨ ਤੇ ਬਾਕੀ ਮੈਂਬਰਾਂ ਨੂੰ ਉਹਦੀ ਕਾਪੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਕਾਪੀ ਫੜਾਈ। ਗਰੇਵਾਲ ਸਾਹਿਬ ਚਿੱਟਾ ਝੂਠ ਟੀਵੀ ਤੇ ਬਹਿ ਕੇ ਪੀਐਓ ਕੀਤੀ ਆ ਤੁਸੀਂ ਝੂਠ ਬੋਲਣ ਦੀ, ਦੱਸੋ ਇੱਕ ਚਿੱਠੀ ਮੇਰੀ ਕੱਢ ਦਿਓ ਜਿਹਦੇ ਚ ਮੈਂ ਜਥੇਦਾਰ ਅਕਾਲ ਤਖਤ ਨੂੰ ਲਿਖਿਆ ਹੋਵੇ, ਮੈਂ ਜਥੇਦਾਰ ਅਕਾਲ ਤਖਤ ਨੂੰ ਲਿਖਿਆ ਹੋਵੇ ਕਿ ਮੈਨੂੰ ਕਮੇਟੀ ਚੋਂ ਬਾਹਰ ਕੱਢ ਦਿਓ। ਇੱਕ ਚਿੱਠੀ ਤੁਸੀਂ ਨਹੀਂ ਲਿਖਿਆ, ਦਿੱਲੀ ਕਮੇਟੀ ਨੇ, ਦਿੱਲੀ ਹੁਣ ਦਿੱਲੀ ਤੇ ਤੁਸੀਂ ਆਗੇ ਦਾ ਜਵਾਬ ਦਿੱਲੀ ਤੋਂ ਲੈ ਲਿਓ, ਦਿੱਲੀ ਤੋਂ ਲੈ ਲਿਓ। ਪਰ ਜਿਹੜਾ ਹੁਣ ਤੁਸੀਂ ਨਹੀਂ, ਜਿਹੜਾ ਝੂਠ ਬੋਲ ਰਹੇ ਹੋ ਤੁਸੀਂ ਗਰੇਵਾਲ ਸਾਹਿਬ, ਚਿੱਟਾ ਝੂਠ ਟੀਵੀ ਤੇ ਬਹਿ ਕੇ ਦੇਖੋ। ਮੈਂ ਅੱਗੇ ਕਹਿਣਾ ਹੁੰਨਾ ਕਿ ਜਿਹੜੇ ਬਾਦਲ ਪਰਿਵਾਰ ਦਾ ਜੂਠਾ ਖਾ ਲੈਂਦੇ, ਪਤਾ ਨਹੀਂ ਉਹ ਝੂਠ ਬੋਲਣ ਦੀ PhD ਕਰ ਲੈਂਦੇ ਆ। ਝੂਠਾ ਬਾਦਲ ਪਰਿਵਾਰ ਬੋਲ ਰਹੇ ਹੋ ਤੁਸੀਂ, ਗੁਰੂ ਦਾ ਝੂਠਾ ਖਾਣਾ ਕਿਸੇ ਬੰਦੇ ਦਾ। ਠੀਕ ਹੈ, ਚਲੋ ਝੂਠਾ ਨਾ ਖਾਣਾ ਆਪਾਂ ਚਰਚਾ ਨੂੰ ਤੁਸੀਂ ਸਿਰਫ ਬੀਜੇਪੀ ਦਾ ਝੂਠਾ ਖਾਂਦੇ ਹੋ ਤਾਂ ਤੁਸੀਂ ਉਹ ਕਰਦੇ ਹੋ। ਤੁਸੀਂ ਆਰਐਸਐਸ ਦਾ ਝੂਠਾ ਖਾਂਦੇ ਹੋ। ਬੀਜੇਪੀ ਤੋਂ ਅਹੁਦੇ ਤੁਸੀਂ ਲਏ, ਬੀਜੇਪੀ ਦੇ ਨਾਲ ਤੁਸੀਂ 10 ਸਾਲ ਦੀ ਸਰਕਾਰ ਮਾਣੀ, ਬੀਜੇਪੀ ਤੇ ਆਰਐਸਐਸ ਦੇ ਨਾਲ ਮੀਟਿੰਗਾਂ ਤੁਸੀਂ ਕੀਤੀਆਂ, ਇਲਜ਼ਾਮ ਦੂਜਿਆਂ ਤੇ ਲਾਉਣ ਲੱਗ ਜਾਂਦੇ ਹੋ ਤੁਸੀਂ। ਅੱਜ ਜਦੋਂ ਤੁਹਾਡੇ ਪੈਰਾਂ ਥੱਲੇ ਸਿਆਸੀ ਜ਼ਮੀਨ ਖਿਸਕ ਗਈ, ਕੰਧਾਂ 'ਚ ਵੱਜਦੇ ਫਿਰਦੇ ਹੋ, ਅੱਜ ਤੁਹਾਡਾ ਲੈਂਸ ਟੁੱਟ ਗਿਆ ਤੇ ਮੁੜ ਤਰਲੇ ਲੈਂਦੇ ਫਿਰਦੇ ਉਹਨਾਂ ਦੇ, ਮੁੜ ਤਰਲੇ ਲੈ ਰਹੇ ਉਹਨਾਂ ਦੇ। ਠੀਕ ਹੈ, ਚਲੋ ਮੈਂ ਛੋਟੀ ਜਿਹੀ ਸਟੇਟਮੈਂਟ ਲੈ ਲਾਂ। ਭੋਮਾ ਜੀ ਔਰ ਚੰਨੀ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਦਾਦੂਵਾਲ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਗਰੇਵਾਲ ਸਾਹਿਬ 20 ਸੈਕਿੰਡ ਸਰ ਪਲੀਜ਼, ਇੱਕ ਰਿਐਕਸ਼ਨ ਤੁਹਾਡਾ ਜ਼ਰੂਰੀ ਹੈ। ਮੈਂ ਤਾਂ ਇਹੋ ਹੀ ਗੱਲ ਕਰਨੀ ਚਾਹੁੰਦਾ ਦਾਦੂਵਾਲ ਸਾਹਿਬ, ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਕਿ ਅੱਜ ਤੁਸੀਂ ਕਿਹਦੇ ਨਾਲ ਹੋ। ਜਿਹੜਾ ਵੀ ਆਰਐਸਐਸ ਦਾ ਪ੍ਰੋਗਰਾਮ ਹੁੰਦਾ ਉਹਦੇ ਸਭ ਤੋਂ ਉਹਦਾ ਸ਼ਿੰਗਾਰ ਹੁੰਦੇ ਆ, ਸਭ ਤੋਂ ਮੂਰੇ ਬੈਠੇ ਤੁਸੀਂ। ਇੱਕ ਆਰਐਸਐਸ ਦੇ ਪ੍ਰੋਗਰਾਮ, ਆਰਐਸਐਸ ਦੇ ਬੈਨਰ ਦਾ ਇੱਕ ਪ੍ਰੋਗਰਾਮ ਹੋਵੇ, ਤੁਸੀਂ ਮੈਨੂੰ ਸਿੱਧ ਕਰ ਦਿਓ ਆਰਐਸਐਸ ਦੇ ਬੈਨਰ ਤੇ ਇੱਕ ਮੈਂ ਕਿਹਾ ਜੀ ਜਾਣਦੀ ਦਾਦੂਵਾਲ ਸਾਹਿਬ, ਦਾਦੂਵਾਲ ਸਾਹਿਬ ਸਾਰੀ ਦੁਨੀਆ ਜਾਣਦੀ ਆ। ਤੁਹਾਡੇ ਮੈਨੂੰ ਕਹਿਣ ਦੀ ਲੋੜ ਨਹੀਂ। ਇਹ ਗੱਲ ਕੱਲ ਤੇ ਲਿਖਿਆ ਹੋਇਆ ਕਿ ਤੁਸੀਂ ਅੱਜ ਦੀ ਤਰੀਕ 'ਚ ਝੂਠ ਬੋਲਣ ਦੀ PhD ਕੀਤੀ ਆ, ਤੁਸੀਂ ਝੂਠ ਬੋਲਣ ਨਹੀਂ ਬੀਜੇਪੀ ਦੇ ਕਰਕੇ ਸਰ ਲੋਕਾਂ ਨੂੰ ਸਮਝ ਆ ਜੇ ਨਾਲ ਗੱਲ ਕਰਨੀ, ਬੀਜੇਪੀ ਦੇ ਨਾਲ ਗੱਲ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ? ਬੀਜੇਪੀ ਨਾਲ ਕਰ ਰਹੇ ਹੋ ਨਾ। ਬੀਜੇਪੀ ਆ, ਕਿਹੜੀ ਰਿਹਾਈ ਮੰਗ ਰਹੇ ਹੋ ਨਾ? ਰਿਹਾਈ ਤਾਂ ਰੋਕਣ ਦੀ ਗੱਲ, ਉਹਦੇ ਨਾਲ ਰਿਹਾਈਆਂ ਸਾਡੇ ਮੋਰਚਿਆਂ ਨੇ ਕਰਾਈਆਂ ਪਹਿਲਾਂ ਵੀ, ਹੁਣ ਵੀ ਕਰਾਵਾਂਗੇ। ਤੁਹਾਡੇ ਜਿਹੜਾ ਤੁਸੀਂ ਅੰਦਰ ਕਰਾਏ, ਆਕਸੀਜਨ ਤੇ ਰਿਹਾਈ ਨਹੀਂ ਕਰਾਈ, ਅੰਦਰ ਕਰਾਏ। ਬਾਪੂ ਸੂਰਜ ਸਿੰਘ ਨੂੰ ਕਿੰਨੇ ਅੰਦਰ ਕੀਤਾ? ਗਰੇਵਾਲ ਜੀ ਤੁਹਾਡੇ ਤਾਂ ਕੋਲ ਆ, ਜਗਰਾਉਂ ਬੈਠੇ ਹੋ, DMC 'ਚ ਪੁੱਛ ਲਓ। ਬਾਪੂ ਸੂਰਜ ਸਿੰਘ ਬਾਪੂ ਸੂਰਜ ਸਿੰਘ ਮੇਰੇ ਲਈ ਸਤਿਕਾਰਯੋਗ ਆ, ਪਰ ਬਾਪੂ ਸੂਰਜ ਨੂੰ ਬੇਨਤੀ ਕਰਕੇ ਉਠਾ ਦਿਓ ਅੰਦਰ ਕਿੰਨੇ ਕੀਤਾ? ਅੰਦਰ ਸਿੱਖੀ ਨੂੰ ਬਦਨਾਮ ਨਾ ਕਰੋ, ਉਹਨੂੰ ਤੁਸੀਂ ਜਾ ਕੇ ਉਠਾਓ। ਉਹਨੂੰ ਤੁਸੀਂ ਜਾ ਕੇ ਉਠਾਓ। ਅੰਦਰ ਕਿੰਨੇ ਕੀਤਾ? ਬਾਪੂ ਆਪ ਦਾਖਲ ਹੋਏ। ਇੱਕ ਗੱਲ ਦੱਸੋ, ਅੰਦਰ ਕਿੰਨੇ ਕੀਤਾ? ਅੰਦਰ ਕਿੰਨੇ ਕੀਤਾ?
ਚੁਕਾਇਆ ਕਿੰਨੇ ਆ? ਚਲੋ ਮੈਂ ਚਰਚਾ ਨੂੰ ਥੋੜਾ ਜਿਹਾ ਅੱਗੇ ਵਧਾਵਾਂ ਦਾਦੂਵਾਲ ਜੀ ਔਰ ਗਰੇਵਾਲ ਸਾਹਿਬ। ਦੇਖੋ ਲੋਕਾਂ ਨੂੰ ਵੀ ਸਮਝ ਨਹੀਂ ਆਉਂਦੀ ਇਸ ਤਰੀਕੇ ਨਾਲ ਨਾ ਗੱਲ ਕੀ ਹੋ ਰਹੀ ਹੈ। 7 ਸਾਲ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ, ਚਲੋ ਮੇਰੀ ਰਿਕੁਐਸਟ ਹੈ ਤੁਸੀਂ ਬਹੁਤ ਸੀਨੀਅਰ ਹੋ ਦੋਵੇਂ ਕਿ ਲੋਕਾਂ ਨੂੰ ਸਮਝ ਆਵੇ, ਇੱਕ ਇੱਕ ਕਰਕੇ ਗੱਲ ਰੱਖਦੇ ਰਹੋ। ਇਨਫੈਕਟ ਤੁਸੀਂ ਜੁੜੇ ਵੀ ਸਕਾਈਪ ਦੇ ਜ਼ਰੀਏ, ਇਸ ਕਰਕੇ ਬਹੁਤ ਜ਼ਿਆਦਾ ਉਸ ਤਰੀਕੇ ਨਾਲ ਲਾਊਡ ਆਵਾਜ਼ ਵੀ ਨਹੀਂ ਆਉਂਦੀ ਤੁਹਾਡੀ। ਥੋੜਾ ਜਿਹਾ ਸਮਾਂ ਦਿਓ ਦਾਦੂਵਾਲ ਸਾਹਿਬ ਗਰੇਵਾਲ ਜੀ, ਥੋੜਾ ਜਿਹਾ ਸਮਾਂ ਦਿਓ, ਮੈਂ ਤੁਹਾਡੇ ਕੋਲ ਆਉਣਾ। ਮੈਂ ਇੱਕ ਵਾਰੀ ਭੋਮਾ ਜੀ ਦਾ ਰੁਖ ਕਰ ਲਾਂ। ਮਨਜੀਤ ਸਿੰਘ ਭੋਮਾ ਜੀ ਸਾਡੇ ਨਾਲ ਨੇ। ਭੋਮਾ ਜੀ, ਡੀਐਸਜੀ ਐਮਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਦਿੱਲੀ ਵਾਲਿਆਂ ਨੇ ਇੱਕ ਚਿੱਠੀ ਲਿਖ ਕੇ ਉਸ ਕਮੇਟੀ ਤੋਂ ਵੱਖ ਹੋਣ ਦੀ ਮੰਗ ਕਰ ਦਿੱਤੀ। ਐਸਜੀਪੀਸੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਸਾਥ ਨਹੀਂ ਮਿਲਿਆ। ਦੇਖੋ, ਸਾਥ ਨਾ ਮਿਲਣ ਦਾ ਮਤਲਬ ਸਿੱਧਾ ਜਿਹਾ ਹੁੰਦਾ ਕਿ ਜੇ ਸਾਰੇ ਇਕੱਠੇ ਹੋਣਗੇ ਤਾਂ ਜਿਹੜਾ ਵੀ ਮੰਜ਼ਿਲ ਹੈ ਜਾਂ ਜਿਹੜਾ ਵੀ ਟੀਚਾ ਉਹ ਆਸਾਨੀ ਨਾਲ ਜਲਦੀ ਨਾਲ ਹਾਸਲ ਕੀਤਾ ਜਾ ਸਕਦਾ। ਗੌਰਵ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਆ ਤੇ ਉਸ ਕਮੇਟੀ ਦੇ ਵਿੱਚ ਸ਼ਾਮਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇਤਰਾਜ਼ ਉਠਾਇਆ ਗਿਆ ਸੀ ਕਿ ਉਸ ਨੂੰ ਕਮੇਟੀ 'ਚ ਨਹੀਂ ਸੀ ਲਿਆ ਜਾਣਾ ਚਾਹੀਦਾ। ਕਮੇਟੀ ਦਾ ਬਸ ਹੀ ਇਤਰਾਜ਼ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ 'ਚੋਂ ਬਾਹਰ ਕਰ ਦਿਓ, ਬਾਕੀ ਸਾਰਾ ਕੁਝ ਠੀਕ ਹੈ ਤੇ ਸਾਰਾ ਪੰਥ ਇਕਮੁੱਠ ਹੋ ਕੇ ਜਿਹੜਾ ਵਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਵਾ ਸੰਘਰਸ਼ ਕਰੂਗਾ। ਪਰ ਇੱਕ ਸੁਖਬੀਰ ਸਿੰਘ ਬਾਦਲ ਦੀ ਜਿੱਦ ਪਗਾਉਣ ਲਈ ਇਹਨਾਂ ਉਹ ਕਮੇਟੀ ਦਾ ਵੀ ਭੋਗ ਪਾਤਾ, ਇਹਨਾਂ ਉਸ ਸੰਘਰਸ਼ ਦਾ ਵੀ ਭੋਗ ਪਾਤਾ। ਅੱਜ ਇਹ ਨਵੇਂ ਸਿਰਿਓਂ ਜਿਹੜਾ ਵਾ ਇਹ ਇਕੱਲੇ ਹੀ ਮੈਦਾਨ ਦੇ ਵਿੱਚ ਆਏ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਅੱਜ ਇਹਨਾਂ ਕਿਸੇ ਪੰਥਕ ਜਥੇਬੰਦੀ ਨੂੰ, ਕਿਸੇ ਹੋਰ ਧਾਰਮਿਕ ਜਥੇਬੰਦੀ ਨੂੰ ਆਵਾਜ਼ ਨਹੀਂ ਇਹਨਾਂ ਨੇ ਮਾਰੀ। ਜੇ ਅੱਜ ਇਹਨਾਂ ਦੀ ਗੱਲ ਸੀ ਕਿ ਆਪਾਂ ਸਿਆਸੀ ਲੋਕਾਂ ਤੋਂ ਪਾਸੇ ਰਹਿ ਕੇ ਇੱਕ ਸੰਘਰਸ਼ ਕਰਨਾ, ਇਹਨਾਂ ਦਾ ਫਰਜ਼ ਬਣਦਾ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਵਾਜ਼ ਮਾਰਦੇ, ਚੀਫ ਖਾਲਸਾ ਦੀਵਾਨ ਨੂੰ ਆਵਾਜ਼ ਮਾਰਦੇ, ਦਮਦਮੀ ਟਕਸਾਲ ਨੂੰ ਆਵਾਜ਼ ਮਾਰਦੇ, ਹੋਰ ਧਾਰਮਿਕ ਸਾਡੀਆਂ ਬੜੀਆਂ ਸਰਮੌਰ ਸੰਸਥਾਵਾਂ ਉਹਨਾਂ ਨੂੰ ਆਵਾਜ਼ ਮਾਰਦੇ ਤੇ ਇਕੱਠੇ ਹੋ ਕੇ ਆਪਾਂ ਜਿਹੜਾ ਵਾ ਸੰਘਰਸ਼ ਕਰਦੇ। ਮੈਂ ਇਹਦੇ 'ਚ ਹੁਣ ਲੰਮਾ ਨਾ ਜਾਵਾਂ। ਮੈਂ ਬੰਦੀ ਸਿੰਘਾਂ ਦੀਆਂ ਹਰਿਆਈਆਂ ਦੇ ਸਬੰਧ ਦੇ ਵਿੱਚ 1998 ਤੇ ਜਾਣਾ ਚਾਹੁੰਦਾ। ਉਸ ਵੇਲੇ ਵਾਜਪਾਈ ਦੀ ਪਹਿਲੀ ਸਰਕਾਰ ਬਣੀ ਸੀ। ਪੰਜਾਬ ਭਵਨ ਦਿੱਲੀ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੱਲੀ ਦੁਪਹਿਰ ਵੇਲੇ। ਜਹੇਦਾਰ ਗੁਰਚਰਨ ਸਿੰਘ ਟੌਹਰਾ ਉਸ ਮੀਟਿੰਗ ਦੇ ਵਿੱਚ ਹਾਜ਼ਰ ਸਨ। ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਆਪਾਂ ਵਾਜਪਾਈ ਸਰਕਾਰ ਘੱਟ ਗਿਣਤੀ 'ਚ ਆ ਤੇ ਉਹ ਸਾਡੇ ਕਰਕੇ ਹੀ ਸਰਕਾਰ ਚਲਾ ਸਕਦਾ ਤੇ ਆਪਾਂ ਜਿਹੜਾ ਵਾ ਸ਼ਰਤਾਂ ਸਹਿਤ ਜਿਹੜਾ ਵਾ ਵਾਜਪਾਈ ਸਰਕਾਰ ਨੂੰ ਜਿਹੜਾ ਵਾ ਸਮਰਥਨ ਦਈਏ। ਉੱਥੇ ਹੋ ਗਿਆ ਜੀ ਬਿਲਕੁਲ ਠੀਕ ਹੈ, ਆਪਾਂ ਸ਼ਰਤਾਂ ਦੇ ਨਾਲ ਸਮਰਥਨ ਦੇਵਾਂਗੇ। ਪਰ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ, ਇੱਕ ਸਾਬਕਾ ਰਾਜ ਸਭਾ ਮੈਂਬਰ, ਇਹ ਤਿੰਨੇ ਤੇ ਜਾਣੇ ਉੱਠ ਕੇ ਉਸ ਤੋਂ ਬਾਅਦ ਵਾਜਪਾਈ ਦੇ ਘਰ ਜਾਂਦੇ ਆ ਤੇ ਬਿਨਾਂ ਅਨਕੰਡੀਸ਼ਨਲੀ ਸਪੋਰਟ ਦੀ ਜਿਹੜੀ ਆ ਵਾਜਪਾਈ ਚਿੱਠੀ ਦੇ ਆਉਂਦੇ ਆ। ਫਿਰ ਇਸ ਤੋਂ ਬਾਅਦ ਕੀ ਹੁੰਦਾ ਕਿ ਬਾਦਲ ਸਾਹਿਬ ਬਿਮਾਰੀ ਦਾ ਬਹਾਨਾ ਬਣਾ ਕੇ ਅਮਰੀਕਾ ਚਲੇ ਜਾਂਦੇ ਆ। ਉੱਥੋਂ ਬੈਠ ਕੇ ਜਿਹੜੀ ਸੌਦੇਬਾਜ਼ੀ ਹੁੰਦੀ ਆ ਉਹਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਸਿਕਿਉਰਿਟੀ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਪੁੱਤ ਮੋਹ 'ਚ ਆਪਣੇ ਪੁੱਤ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਜ਼ੀਰ ਬਣਾਉਣ ਲਈ ਘੰਟੇ ਬਾਅਦ ਵਾਜਪਾਈ ਨੂੰ ਫੋਨ ਕਰਦੇ ਆ। ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਵਜ਼ੀਰ ਬਣ ਨਹੀਂ ਗਿਆ ਉਨੀ ਦੇਰ ਅਮਰੀਕਾ ਬੈਠੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚੈਨ ਨਹੀਂ ਆਇਆ, ਨਹੀਂ ਆਈ। ਇਹ ਇੱਕ ਸੱਚਾਈ ਆ। ਜੇਕਰ ਉਸ ਸਮੇਂ ਸ਼ਰਤਾਂ ਸਹਿਤ ਬੰਦੀ ਸਿੰਘਾਂ ਦੀ ਆਪਾਂ ਇੱਕ ਹੀ ਸ਼ਰਤ ਰੱਖ ਲੈਂਦੇ, ਹੋਰ ਬੜੇ ਮਸਲੇ ਆਪਣੇ ਹੱਲ ਹੋ ਸਕਦੇ ਸੀ। ਕਾਲੀ ਸੂਚੀਆਂ ਦਾ ਮਸਲਾ ਸੀ, ਪੰਜਾਬ ਦੇ ਵਿੱਚ ਹੋਰ ਬਹੁਤ ਮਸਲੇ ਸੀ, ਆਪਾਂ ਸੰਘਰਸ਼ ਲੜਿਆ ਸੀ। ਪਰ ਉਸ ਵੇਲੇ ਜੇ ਸ਼ਰਤਾਂ ਸਹਿਤ ਹਮਾਇਤ ਦਿੰਦੇ 1998 ਚ ਸਾਰੇ ਬੰਦੀ ਸਿੰਘ ਹਰਿਆ ਹੋ ਕੇ ਆਪਣੇ ਘਰਾਂ 'ਚ ਆ ਸਕਦੇ ਸੀ। ਇਹ ਗੱਲ ਮੁੱਕੀ। ਉਸ ਤੋਂ ਬਾਅਦ ਗੁਜਰਾਲ ਸਰਕਾਰ ਆਈ, ਦੇਵਗੌੜਾ ਸਰਕਾਰ ਆਈ, ਫਿਰ ਵਾਜਪਾਈ ਸਰਕਾਰ ਵੀ ਆਉਂਦੀ ਆ, ਫਿਰ ਮੋਦੀ ਸਰਕਾਰ ਆ ਜਾਂਦੀ ਆ। ਮੋਦੀ ਸਰਕਾਰ ਦੇ ਵਿੱਚ ਕੋਈ ਕੰਡੀਸ਼ਨ ਨਹੀਂ, ਅਨਕੰਡੀਸ਼ਨਲੀ ਸਪੋਰਟ ਕਰਦੇ ਆ। ਸਿਰਫ ਉੱਥੇ ਬੀਬਾ ਹਰਸਿਮਰਤ ਨੂੰ ਵਜ਼ੀਰ ਬਣਾਉਣ ਲਈ ਉੱਥੇ ਬੰਦੀ ਸਿੰਘ ਦੀ ਯਾਦ ਆਏ। ਇਹ ਨਹੀਂ ਕਿਹਾ ਕਿ ਪਹਿਲਾਂ ਬੰਦੀ ਸਿੰਘਾਂ ਨੂੰ ਸਾਨੂੰ ਜਹਾਜ਼ ਤੇ ਚੜਾ ਕੇ ਪੰਜਾਬ ਭੇਜੋ ਤੇ ਫਿਰ ਅਸੀਂ ਸਹੁੰ ਚੁੱਕਾਂਗੇ। ਉੱਥੇ ਸਹੁੰਾਂ ਚੁੱਕੀਆਂ ਗਈਆਂ, ਉਹਲੇ ਨਾ ਜੇਲਾਂ ਯਾਦ ਆਈਆਂ ਨਾ ਬੰਦੀ ਸਿੰਘ ਯਾਦ ਆਏ।
ਸੋ ਇਹ ਜਿਹੜੀਆਂ ਨੇ ਅੱਜ ਵੀ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਖੁਸ਼ੀ ਹੋਈ ਇਹ ਸਿਆਸੀ ਜ਼ਮੀਨ ਨੂੰ ਹਾਸਲ ਕਰ ਲਈ, ਇਹ ਸਾਰੇ ਡਰਾਮੇ, ਇਹ ਸਾਰੇ ਲੋਲੀਪੌਪ ਤੇ ਸਿੱਖ ਕੌਮ ਨੂੰ ਗਮਰਾਹ ਕਰਨ ਲਈ ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਸਮੇਂ ਤੇ ਜਦੋਂ ਕੇਂਦਰ 'ਚ ਸਰਕਾਰ ਰਹੀ ਹੈ, ਨਾਲ ਸੀ ਬੀਜੇਪੀ ਦੇ, ਅਕਾਲੀ ਦਲ, ਤਾਂ ਉਸ ਸਮੇਂ ਮੁੱਦੇ ਚੁੱਕੇ ਜਾ ਸਕਦੇ ਸੀ। ਮੈਂ ਜਵਾਬ ਲਵਾਂਗਾ ਉਸ ਦੇ ਉੱਤੇ, ਤੁਹਾਡਾ ਪੁਆਇੰਟ ਆ ਗਿਆ ਸਰ। ਇੱਕ ਵਾਰੀ ਚੰਨੀ ਦਾ ਰੁਖ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਜੀ ਮੈਂ ਸਰ ਆ ਰਿਹਾ ਤੁਹਾਡੇ ਕੋਲ, ਇਸ ਦੇ ਉੱਤੇ ਜਵਾਬ ਲਵਾਂਗਾ। ਗਰੇਵਾਲ ਸਾਹਿਬ ਸਾਡੇ ਨਾਲ ਨੇ, ਪਰ ਪਹਿਲਾਂ ਮੈਂ ਚੰਨੀ ਜੀ ਦਾ ਰੁਖ ਕਰ ਲਵਾਂ। ਚੰਨੀ ਜੀ, ਇੱਕ ਤਾਂ ਗਿਣਤੀ ਨੂੰ ਲੈ ਕੇ ਐਸਜੀਪੀਸੀ 9 ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੀ ਹੈ। ਗਜਿੰਦਰ ਸ਼ੇਖਾਵਤ ਜੀ ਪਹੁੰਚਦੇ ਨੇ, ਕਹਿੰਦੇ ਸਾਡੇ ਕੋਲ ਤਾਂ ਲਿਸਟ 2 ਦੀ ਹੈ। ਇਹ ਥੋੜਾ ਜਿਹਾ ਸਮਝਾਓ ਕਿ ਬੀਜੇਪੀ ਜਾਂ ਕੇਂਦਰ ਦੇ ਮੰਤਰੀ ਕਿਸ ਆਧਾਰ ਦੇ ਉੱਤੇ ਸਿਰਫ 2 ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੇ ਨੇ। ਗੌਰਵ ਜੀ, ਗੱਲ ਇਹ ਸਭ ਤੋਂ ਪਹਿਲਾਂ ਤਾਂ ਮੈਂ ਥੋੜੀ ਕਰਨਾ ਚਾਹੁੰਦਾ ਹੈ ਕਿ ਦੇਖੋ, ਬਹੁਤ ਤਰਾਸਦੀ ਹੈ ਪੰਜਾਬ ਦੇ ਲੋਕਾਂ ਦੀ, ਸਿੱਖ ਧਰਮ ਦੀ, ਕਿਉਂਕਿ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਕਿਸੇ ਵੀ ਰੂਪ ਦੇ ਵਿੱਚ ਨੇ, ਉਹ ਇੱਕ ਸੁਰਤਾ ਦੇ ਵਿੱਚ ਨਹੀਂ ਹੈ। ਜਦੋਂ ਉਹ ਇੱਕ ਸੁਰਤਾ ਦੇ ਵਿੱਚ ਨਹੀਂ, ਚਾਹੇ ਉਹ 11 ਮੈਂਬਰੀ ਕਮੇਟੀ ਸੀ, ਚਾਹੇ ਫਿਰ ਸੰਗਰੂਰ ਦੀ ਬਾਈਪੋਲ ਹੋਈ, ਔਰ ਪਤਾ ਨਹੀਂ ਕੀ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਹੈ, ਜਦੋਂ ਸਰਕਾਰਾਂ ਬਣੀਆਂ, ਵਜ਼ਾਰਤਾਂ ਦੇ ਰੌਲੇ ਰਹੇ, ਵਜ਼ਾਰਤਾਂ ਪਹਿਲਾਂ ਲਈ, ਫਿਰ ਵਜ਼ਾਰਤ ਲਈ, ਤੇ ਅਸੀਂ ਜਿਹੜੇ ਮੁੱਦੇ ਸਾਨੂੰ ਪੰਥ ਕਰਕੇ ਜਾਂ ਪੰਜਾਬ ਕਰਕੇ ਜਾਂ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਕਰਕੇ ਜਿਹੜੇ ਚਾਹੀਦੇ ਸੀ, ਉਹ ਅਸੀਂ ਮੁੱਦੇ ਨਹੀਂ ਚੁੱਕੇ, ਭੁੱਲ ਗਏ। ਔਰ ਤੁਸੀਂ ਹੋਰ ਦੇਖੋ ਕਿ ਜਦੋਂ ਸਰਕਾਰਾਂ ਰਹੀਆਂ, ਜਦੋਂ ਇਹ 2007 ਤੋਂ 2017 ਤੱਕ ਸਰਕਾਰ ਰਹੀ, ਫਿਰ 2014 ਉਦੋਂ ਪਹਿਲਾਂ ਇਹਨਾਂ ਦੀ ਆਪਣੀ ਸਰਕਾਰ ਸੀ, ਕਾਂਗਰਸ ਦੀ ਉੱਪਰ ਸਰਕਾਰ ਸੀ, 2014 ਤੋਂ 2021 ਤੱਕ ਮੋਦੀ ਸਾਹਿਬ ਦੀ ਸਰਕਾਰ ਹੈਗੀ ਹੈ। ਤੇ ਹੁਣ ਇਹਨਾਂ ਨੇ ਮਤਲਬ ਇਹ ਕਦੋਂ ਜਿਹੜੇ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਹੈਗੇ ਨੇ ਉਹ ਉਠਾਏ ਗਏ, ਸਿਰਫ ਜਦੋਂ ਇਹਨਾਂ ਨੂੰ ਕੋਈ ਮੁੱਦਾ ਹੋਰ ਨਹੀਂ ਮਿਲਿਆ ਤਾਂ ਜ਼ਰੂਰ ਬਾਈਪੋਲ ਆ ਗਈ। ਇੱਕ ਤਾਂ ਜਦੋਂ 11 ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਉੱਥੇ ਮਤਲਬ ਸਾਰੇ ਇਕੱਠੇ ਤਾਂ ਹੁੰਦੇ ਨੇ, ਪਰ ਸਿਮਰਜੀਤ ਸਿੰਘ ਮਾਨ ਸਾਹਿਬ ਇਹ ਕਹਿੰਦੇ ਨੇ ਵੀ ਜੀ ਅੱਖ ਮਾਰੋ ਸੱਜੀ ਤੇ ਮੈਂ ਸਮਝ ਲੂੰਗਾ ਖਾਲਿਸਤਾਨ ਦਾ ਮਤਾ ਪਾਸ ਹੋ ਗਿਆ। ਇੰਨੀ ਤਾਂ ਇਹ ਸੀਰੀਅਸ ਮੀਟਿੰਗ ਸੀ ਤੇ ਇੰਨੇ ਸੀਰੀਅਸ ਮੁੱਦੇ ਇਹ ਡਿਸਕਸ ਕਰ ਰਹੇ ਸੀ। ਉਸ ਤੋਂ ਬਾਅਦ ਜਿਹੜੀ ਸੰਗਰੂਰ ਬਾਈਪੋਲ ਹੋਈ ਆ, ਉਹ ਲੜਾਈ ਹੋਈ ਸੀ ਆਪਣੀ ਬਾਦਲ ਐਸਏਡੀ ਦੀ ਔਰ ਅੰਮ੍ਰਿਤਸਰ ਐਸਏਡੀ ਸਿਮਰਜੀਤ ਸਿੰਘ ਮਾਨ ਦੀ। ਕੋਈ ਮੁੱਦਾ ਇਹਨਾਂ ਨੇ ਨਹੀਂ ਚੁੱਕਿਆ, ਬਾਦਲ ਨੇ ਤਾਂ ਕੋਈ ਮੁੱਦਾ ਚੁੱਕਿਆ ਹੀ ਨਹੀਂ ਕਿ ਵੀ ਸਾਡਾ ਤਾਂ ਇੱਕ ਬੰਦੀ ਸਿੰਘ ਵਾਲਾ ਹੈਗਾ, ਤੇ ਸਾਡੀ ਭੈਣ ਕਮਲਦੀਪ ਕੌਰ ਨੂੰ ਉਹਨਾਂ ਨੇ ਨੁਮਾਇੰਦਾ ਬਣਾਤਾ, ਬਾਕੀ ਮੁੱਦੇ ਛੱਡਤੇ। ਪਰ ਜੇ ਪਹਿਲਾਂ 2 ਜਿਹੜੇ ਤਾਂ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ, ਜੇ ਉਹ ਮੈਂਬਰ ਪਾਰਲੀਮੈਂਟ ਹੈਗੇ ਤੇ ਜੇ ਉਹ ਕੁਝ ਨਹੀਂ ਕਰ ਰਹੇ ਜਾਂ ਨਹੀਂ ਕੁਝ ਕਰ ਪਾ ਰਹੇ, ਖਾਸ ਕਰਕੇ ਜਦੋਂ ਉਹਨਾਂ ਦੀ ਇੰਨੀ ਸਾਂਝ ਰਹੀ ਹੈ ਬੀਜੇਪੀ ਦੇ ਨਾਲ, ਤੇ ਫਿਰ ਬੀਬਾ ਕਮਲਦੀਪ ਕੌਰ ਦੇ ਨਾਲ ਆਉਣ ਨਾਲ ਕੀ ਖਾਸ ਚੇਂਜ ਹੋ ਜਾਏਗਾ। ਠੀਕ ਹੈ, ਉਹ ਮੈਂ ਇਹ ਗੱਲ ਇੱਕ ਸੈਕਿੰਡ ਮੈਂ ਇਹ ਗੱਲ ਸਮਝਦਾ ਹੈ ਕਿ ਜਿੰਨੀ ਦੇਰ ਦੇਖੋ, ਚਾਹੇ ਐਸਜੀਪੀਸੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ, ਚਾਹੇ ਅਕਾਲ ਤਖਤ ਸਾਹਿਬ ਹੈਗੇ ਨੇ, ਵੈਸੇ ਤਾਂ ਉਹ ਜਥੇਦਾਰ ਸਾਹਿਬ ਵੀ ਇਹਦੇ ਕਾਰਜਕਾਰੀ ਨੇ, ਤੇ ਕਾਰਜਕਾਰੀ ਬੰਦਾ ਤਾਂ ਕਾਰਜਕਾਰੀ ਹੁੰਦਾ, ਉਹ ਪੱਕਾ ਜਥੇਦਾਰ ਨਹੀਂ ਹੁੰਦਾ। ਔਰ ਉਹਨਾਂ ਨੇ ਚਲੋ ਅਟੈਂਪਟਸ ਬਹੁਤ ਕੀਤੀਆਂ ਨੇ ਕਿ ਕਿੱਦਾਂ ਸਾਰਾ ਸਿਸਟਮ ਨੂੰ ਜਿਹੜਾ ਠੀਕ ਠਾਕ ਕੀਤਾ ਜਾਵੇ, ਪਰ ਉਹਨਾਂ ਦਾ ਇੱਕੋ ਵਿਚਾਰ ਇਹ ਰਿਹਾ ਕਿ ਜੀ ਅਕਾਲੀ ਦਲ ਬਾਦਲ ਕਿੱਦਾਂ ਰਿਵਾਈਵ ਹੋ ਸਕਦਾ ਹੈ, ਅਕਾਲੀ ਦਲ ਬਾਦਲ ਦੀ ਫੈਮਿਲੀ ਕਿੱਦਾਂ ਰਿਵਾਈਵ ਹੋ ਸਕਦੀ ਹੈ। ਹੁਣ ਵੀ ਜਿਸ ਕ੍ਰਾਈਸਿਸ ਦੇ ਵਿੱਚ ਚੱਲ ਰਹੇ ਨੇ, ਉਹ ਸਾਰਾ ਕੁਝ ਭੰਗ ਕਰਤਾ, ਜੋ ਮਰਜ਼ੀ ਹੋ ਗਿਆ, ਪਰ ਪ੍ਰਧਾਨ ਨਹੀਂ ਹਟਾਇਆ ਜਾਏਗਾ। ਚਲੋ ਸਾਡਾ ਮਸਲਾ ਨਹੀਂ ਹੈਗਾ, ਪਰ ਜੇ ਉਹਨਾਂ ਨੇ ਇੱਕ ਠੀਕ ਗੱਲ ਕਹੀ ਜਥੇਦਾਰ ਸਾਹਿਬ ਨੇ ਕਿ ਜੇ ਰਾਜਨੀਤੀ ਛੱਡੋ, ਤੁਸੀਂ ਪੰਥ ਨੂੰ ਤਕੜਾ ਕਰੋਗੇ, ਰਾਜਨੀਤੀ ਆਪਣੇ ਆਪ ਤੁਹਾਡੇ ਕੋਲ ਤਕੜੀ ਆ ਕੇ ਆ ਜਾਏਗੀ। ਮੈਂ ਸਰ ਪੁਆਇੰਟ ਦੇ ਉੱਤੇ ਆਵਾਂ, ਸਮਾਂ ਬਹੁਤ ਬੁਰਾ ਹੁੰਦਾ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਸਿਆਸਤ ਹੋ ਰਹੀ ਹੈ ਇਸ ਦੇ ਜ਼ਰੀਏ, ਬੰਦੀ ਸਿੰਘਾਂ ਦੇ ਮੁੱਦੇ ਦੇ ਜ਼ਰੀਏ? ਸਿਆਸਤ ਆਪਸ ਵਿੱਚ ਹੋ ਰਹੀ ਹੈ, ਇਹ ਇਕੱਠੇ ਹੋ ਕੇ ਸਿਆਸਤ ਕਰਨ, ਲੜਾਈ ਕਰਨ, ਭਾਰਤ ਸਰਕਾਰ ਨਾਲ ਮਸਲਾ ਚੁੱਕਣ। ਤੁਸੀਂ ਦੇਖੋ 2018 ਦੇ ਵਿੱਚ ਤਾਮਿਲਨਾਡੂ ਦੀ ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਕਿ ਜਿਹੜੇ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਸੀਗੀ, ਕਿ ਉਹਨਾਂ ਦੀ ਮਾਫੀ ਕੀਤੀ ਜਾਵੇ, ਔਰ ਉਹ ਮਾਫੀ ਹੋ ਗਈ ਉਹਨਾਂ ਦੀ। ਮਤਲਬ ਜੇ ਪੰਜਾਬ ਸਰਕਾਰ ਦੀ ਜਿਹੜੀ, ਇੱਕ ਤਾਂ ਤੁਸੀਂ ਅੱਜ ਹੀ ਦੇਖੋ ਵੀ ਤੁਹਾਡੇ ਚੈਨਲ ਤੇ ਆਪ ਪਾਰਟੀ ਦਾ ਕੋਈ ਬੰਦਾ ਨਹੀਂ, ਆਮ ਆਦਮੀ ਪਾਰਟੀ ਦਾ, ਦੇ ਸ਼ੁੱਡ ਬੀ ਹੇਅਰ, ਕਿਉਂਕਿ ਕੇਜਰੀਵਾਲ ਨੇ ਕਿਹਾ ਸੀਗਾ ਇਲੈਕਸ਼ਨਾਂ ਵੇਲੇ ਕਿ ਮੈਂ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਇਹ ਰਿਹਾਈ ਹੈਗੀ ਆ ਪ੍ਰੋਫੈਸਰ ਦਵਿੰਦਰ ਭੁੱਲਰ ਦੀ, ਉਹ ਮੈਂ ਕਰਾਂਗਾ। ਅਜੇ ਤੱਕ ਜਿਹੜੀ ਐਸਆਰਬੀ ਦੀ ਮੀਟਿੰਗ ਹੈਗੀ ਹੈ, ਉਹ ਮੀਟਿੰਗ ਤੱਕ ਨਹੀਂ ਕੀਤੀ।
ਤੇ ਸਾਡੇ ਚੀਫ ਮਿਨਿਸਟਰ ਕੀ ਕਰ ਰਹੇ ਆ, ਭਗਵੰਤ ਸਿੰਘ ਮਾਨ ਜੀ ਕੀ ਕਰ ਰਹੇ ਨੇ, ਕੀ ਉਹਨਾਂ ਦੀ ਅਟੈਂਪਟ ਹੈ, ਕੀ ਐਫਰਟ ਹੈ, ਕੀ ਉਹ ਕਰਵਾ ਰਹੇ ਨੇ। ਘੱਟੋ ਘੱਟ ਜਿਹੜੀ ਚੀਜ਼ ਅਸੀਂ ਕਰ ਸਕਦੇ ਉਹ ਤਾਂ ਅਸੀਂ ਕਰੀਏ ਜਿਹੜੀ ਲੋਕਾਂ ਨੇ ਕਰਨੀ ਹੈ। ਹੋਰ ਇੱਕ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀਗੀ ਕਿ 11/10/2019 ਨੂੰ ਭਾਰਤ ਸਰਕਾਰ ਨੇ ਅਨਾਉਂਸ ਕਰਤਾ ਸੀਗਾ ਕਿ ਜਿੰਨੇ ਵੀ ਸਿੱਖ 9 ਦੇ ਇਹਨਾਂ ਨੇ ਪੋਸਟਰ ਲਾਏ ਨੇ, 8 ਬਾਰੇ ਇੱਕ ਦੀ ਤਾਂ ਜਿਹੜੀ ਡਿਸੈਂਡੈਂਟਸ ਕਮਿਊਨਿਟੀ ਹੈ ਉਹਨਾਂ ਨੂੰ ਤਾਂ ਸਾਰੀ ਉਮਰ ਜੇਲ੍ਹ 'ਚ ਰਹਿਣਾ ਪੈਂਦਾ, ਪਰ ਜਿਹੜੇ ਬਾਕੀ ਸੀਗੇ ਉਹਨਾਂ ਨੇ ਕਿਹਾ ਸੀ ਸਾਡੇ ਵੱਲੋਂ ਜਿਹੜੀ ਲੋੜੀਂਦੀ ਦੀ ਕੰਸਲਟੇਸ਼ਨ ਹੈਗੀ ਐਸ ਪਰ ਦੀ ਲਾ 435 ਜਿਹੜਾ ਸੈਕਸ਼ਨ ਹੈ ਸੀਆਰਪੀਸੀ ਦਾ, ਔਰ ਉਹਦੇ ਨਾਲ ਜਿਹੜੀ ਕੰਕਰੈਂਸ ਹੈਗੀ ਹੈ ਉਹ ਅਸੀਂ ਦੇਤੀ ਹੈਗੀ ਹੈ। ਜਿਹੜੀਆਂ ਰਾਜ ਸਰਕਾਰਾਂ ਹੈਗੀਆਂ ਨੇ ਉਹ ਰਿਹਾਈ ਕਰ। ਭਾਰਤ ਸਰਕਾਰ ਵੱਲੋਂ 1% ਦੀ ਕਿਸੇ ਤਰ੍ਹਾਂ ਦੀ ਵੀ ਡਿਲੇ ਨਹੀਂ ਹੈਗੀ। ਕੋਈ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵਾਲੇ ਪਾਸੇ ਤੋਂ ਕੋਈ ਡਿਲੇ ਨਹੀਂ ਹੈ। ਮੈਂ ਤੁਹਾਡੇ ਕੋਲ ਸਰ ਵਾਪਸ ਆਣਾ, ਤੁਸੀਂ ਸਿਆਸਤ ਵਾਲਾ ਮੁੱਦਾ ਚੁੱਕਿਆ ਹੈ। ਗਰੇਵਾਲ ਸਾਹਿਬ, ਦੋਵੇਂ ਚੀਜ਼ਾਂ ਦਾ ਜਵਾਬ, ਭੋਮਾ ਜੀ ਨੇ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਨੇ ਤੇ ਦੂਜੇ ਪਾਸੇ ਇਲਜ਼ਾਮ ਬੀਜੇਪੀ ਵੀ ਲਗਾ ਰਹੀ ਹੈ ਕਿ ਇੱਕ ਤਾਂ ਤੁਸੀਂ ਬਹੁਤ ਖਿੰਡੇ ਹੋਏ ਨਜ਼ਰ ਆਉਂਦੇ ਹੋ, ਇਕੱਠੇ ਹੋਵੋ ਤਾਂ ਸ਼ਾਇਦ ਕੇਂਦਰ ਦੀ ਸਰਕਾਰ ਦੇ ਉੱਤੇ ਸੋਲਿਡ ਤਰੀਕੇ ਦੇ ਨਾਲ ਦਬਾਅ ਬਣਾਇਆ ਜਾ ਸਕੇ। ਪੁਆਇੰਟ ਨੰਬਰ 2, ਉਹ ਇਹ ਵੀ ਕਹਿ ਰਹੇ ਨੇ ਕਿ ਕੁਝ ਨਹੀਂ ਹੈ, ਸੰਗਰੂਰ ਇਲੈਕਸ਼ਨ ਦੇਖਿਆ, ਸਭ ਕੁਝ ਦੇਖਿਆ, ਸਿਰਫ ਸਿਆਸਤ ਹੋ ਰਹੀ ਹੈ। ਦੇਖੋ ਜੀ, ਭੋਮਾ ਜੀ ਤਾਂ ਮੇਰੇ ਮਿੱਤਰ ਨੇ, ਮੈਂ ਉਹਨਾਂ ਨਾਲ ਬਾਅਦ 'ਚ ਗੱਲ ਕਰਦਾ। ਮੈਂ ਇਹ ਵੱਡੀ ਪਾਰਟੀ ਹੈ, ਸਾਡੇ ਚੰਨੀ ਸਾਹਿਬ ਬੈਠੇ ਆ, ਭਾਰਤੀ ਜਨਤਾ ਪਾਰਟੀ ਜੀ। ਬਹੁਤ ਵੱਡਾ ਅਫਸੋਸ ਹੈ, ਬਹੁਤ ਵੱਡਾ ਅਫਸੋਸ ਹੈ ਕਿ ਘੱਟੋ ਘੱਟ ਜੇ ਤੁਹਾਡਾ ਏਜੰਡੇ ਦੇ ਵਿੱਚ ਹੁਣ ਤੁਸੀਂ ਇਹਨੂੰ ਕੈਨਸਲ ਕਰ ਦਿੱਤਾ ਸਮੇਂ ਰਹਿੰਦੇ ਆ, ਕਿਉਂਕਿ ਤੁਸੀਂ ਇਹ ਤੇ ਰਾਜਨੀਤੀ ਕਰ ਰਹੇ ਹੋ, ਬੀਜੇਪੀ ਨੂੰ ਮੈਂ ਕਹਿ ਰਿਹਾ, ਤੇ ਘੱਟੋ ਘੱਟ ਝੂਠ ਤਾਂ ਨਾ ਬੋਲੋ। ਜਿਹੜੇ ਹੁਣ ਮੈਂ ਆ ਨੋਟੀਫਿਕੇਸ਼ਨ ਹੈ ਜੀ, ਆ ਨੋਟੀਫਿਕੇਸ਼ਨ ਹੈ ਜਿਹੜਾ 550 ਸਾਲਾਂ ਤੇ ਕਿ ਨਾ 2019 10/10/2019 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਹਦੇ 'ਚ ਸਾਰੀਆਂ ਧਾਰਾਵਾਂ ਲਾਈਆਂ ਗਈਆਂ ਸੀ, ਜਿਹਦੇ 'ਚ 9 ਬੰਦੇ ਸੀ। ਠੀਕ ਹੈ ਨਾ, 9 ਬੰਦਿਆਂ ਵਿੱਚੋਂ ਮੈਂ ਹੁਣ ਦੱਸ ਦਿਆਂ, ਚੰਨੀ ਸਾਹਿਬ ਤੁਸੀਂ ਬਹੁਤ ਸਤਿਕਾਰਯੋਗ ਹੋ, ਤੁਸੀਂ ਮਹਿਕਮੇ ਨਾਲ ਸੰਬੰਧਿਤ ਹੋ। ਇਹਦੇ ਵਿੱਚ ਇੱਕ ਤਾਂ ਆਪਣੇ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਤਬਦੀਲ ਕਰਨ ਦੀ ਗੱਲ ਸੀ, ਬਾਕੀ 8 ਬੰਦੇ ਜਿਹੜੇ ਆ ਉਹਨਾਂ ਦੀ ਉਮਰ ਕੈਦ ਨਾਲ ਸੰਬੰਧਿਤ ਕਿਹਾ ਗਿਆ ਸੀ ਉਹਨਾਂ ਨੂੰ, ਭਾਵੇਂ ਕਿ ਉਹ ਉਮਰ ਕੈਦ ਨਾਲ ਸਾਰੇ ਸੰਬੰਧਿਤ ਨਹੀਂ ਸੀ, ਜਿਨ੍ਹਾਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਲਾਲ ਸਿੰਘ ਬਾਹਰ ਆਏ ਨੇ। ਬਾਕੀ ਸਾਰੇ ਜਿਹੜੇ ਆ 3 ਜਾਣੇ ਤਾਂ ਹਲੇ ਅੰਦਰ ਹੀ ਨੇ, ਦਵਿੰਦਰਪਾਲ ਸਿੰਘ ਭੁੱਲਰ ਅੰਦਰ ਨੇ ਤੇ ਸਾਡੇ ਗੁਰਦੀਪ ਸਿੰਘ ਖੇੜਾ ਹਾਲੇ ਵੀ ਅੰਦਰ ਨੇ। 32 ਸਾਲ ਹੋ ਗਏ ਜੀ ਉਹਨਾਂ ਨੂੰ, 32 ਸਾਲ ਹੋ ਗਏ, 3 ਬੰਦੇ ਹੋ ਨੇ। ਤੇ ਮੈਂ ਹੋਰ ਨਵੀਂ ਗੱਲ ਦੱਸ ਦਿਆਂ, ਜਿਹੜੀ ਸਭ ਤੋਂ ਮਾੜੀ ਗੱਲ ਹੋਈ, ਦੇਖੋ ਤੁਸੀਂ ਜਦੋਂ ਧੋਖਾ ਕਰਦੇ ਹੋ ਮਾੜੀ ਗੱਲ ਹੁੰਦੀ ਆ। ਦੇਖੋ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਜੀ, ਇਹ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ 3 ਬੰਦਿਆਂ ਦੇ ਨਾਮ ਦਿੱਤੇ ਗਏ, ਜਿਹੜੇ 3 ਬੰਦੇ ਜ਼ਮਾਨਤ, ਪੱਕੀ ਜ਼ਮਾਨਤ ਤੇ ਕੋਰਟ ਵੱਲੋਂ ਪਹਿਲਾਂ ਹੀ ਬਾਹਰ, ਜਿਹਦੇ ਚ ਬਾਬਾ ਬਲਵੀਰ ਸਿੰਘ, ਜਿਹਦੇ ਵਿੱਚ ਹਰਜਿੰਦਰ ਸਿੰਘ ਕਾਲੀ ਤੇ ਵਰਿਆਮ ਸਿੰਘ, ਇਹ 3 ਜਾਣੇ ਪਹਿਲਾਂ ਹੀ ਬਾਹਰ ਸੀ। ਸਿਰਫ ਇੱਕ ਬੰਦਾ ਛੱਡਿਆ, 2 ਬੰਦੇ ਸੁਬੇਗ ਸਿੰਘ ਤੇ ਨੰਦ ਸਿੰਘ, ਜਿਨ੍ਹਾਂ ਦੀ ਕੋਰਟ ਦੇ ਵਿੱਚ, ਜਿਨ੍ਹਾਂ ਦੀ ਜਿਹੜਾ ਅਕਾਲੀ ਦਲ ਦੇ ਵੱਲੋਂ ਕੋਰਟ ਰਾਹੀਂ ਇਹਨਾਂ ਨੂੰ, ਹਾਈ ਕੋਰਟ ਰਾਹੀਂ ਇਹਨਾਂ ਨੂੰ ਰਿਹਾ ਕਰਾਇਆ ਗਿਆ, ਉਹ ਵੀ ਮੰਨ ਲਏ, ਪਰ ਉਹ ਚਲੋ ਬੰਦੀ ਸਿੰਘਾਂ ਵਿੱਚ ਨਹੀਂ ਆਉਂਦੇਗੇ। ਇਹ ਹਾਲਾਤ ਨੇ। ਵੇਖੋ, ਜੇ ਤੁਸੀਂ ਉਹ ਕਰਨਾ ਚਾਹੁੰਦੇ ਹੋ ਤਾਂ ਗੁੰਮਰਾਹ ਤਾਂ ਨਾ ਕਰੋ। ਹੁਣ ਐਡੇ ਵੱਡੇ ਮੰਤਰੀ ਆ, ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਚੰਨੀ ਸਾਹਿਬ ਨੂੰ, ਚੰਨੀ ਸਾਹਿਬ ਛੋਟਾ ਜਵਾਬ ਰੱਖੀਏ ਸਰ, ਸਮਾਂ ਮੈਂ ਛੋਟਾ ਕਰ ਰਿਹਾ, ਮੈਂ ਥੋੜਾ ਹੋਰ ਤੁਹਾਨੂੰ ਤੁਹਾਡੀ ਗੱਲ ਨੂੰ ਮੈਂ ਹੋਰ ਕਲੀਅਰ ਕਰ ਦਿੰਦਾ। ਤੁਸੀਂ ਇਹ ਕਹਿ ਰਹੇ ਹੋ ਕਿ ਜੋ 550 ਸਾਲਾ ਮੌਕੇ ਦੇ ਉੱਤੇ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 550 ਸਾਲਾਂ ਦੇ ਮੌਕੇ ਦੇ ਉੱਤੇ ਜੋ ਕਿਹਾ ਗਿਆ ਸੀ ਉਹ ਨਹੀਂ ਹੋਇਆ। ਉਹ ਕਹਿ ਰਹੇ ਨੇ ਕਿ ਲਿਸਟ ਗਈ ਸੀ, ਅਸੀਂ ਉਹਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਰਿਲੀਜ਼ ਕਰ ਦਿੱਤਾ। ਝੂਠ ਬੋਲਿਆ। ਠੀਕ ਹੈ, ਮੈਨੂੰ ਛੋਟਾ ਜਿਹਾ ਸਟੇਟਮੈਂਟ ਲੈਣ ਦਿਓ, ਮੈਂ ਦਾਦੂਵਾਲ ਜੀ ਦਾ ਰੁਕ ਕਰਨਾ। ਮੈਂ ਚੰਨੀ ਜੀ। ਹਾਂ ਗੌਰਵ ਜੀ, ਗੱਲ ਇਹ ਹੈਗੀ ਹੈ, ਮੈਨੂੰ ਇਹ ਗਰੇਵਾਲ ਸਾਹਿਬ ਬੜੇ ਸਤਿਕਾਰਯੋਗ ਨੇ, ਇਹ ਕਾਈਂਡਲੀ ਦੱਸ ਦੇਣ ਜਿਹੜੀ 11 ਅਕਤੂਬਰ 2019 ਦੀ ਕਮਿਊਨੀਕੇਸ਼ਨ ਹੈਗੀ ਹੈ, ਜਿਹਦੇ ਰਾਹੀਂ ਇਹ ਫੈਸਲਾ ਹੋਇਆ ਸੀਗਾ ਕਿ ਕੰਕਰੈਂਸ ਆਫ ਸੈਂਟਰਲ ਗਵਰਨਮੈਂਟ to concerned state and union territories for remission and release of 8 Sikh prisoners, where approval, concurrence, consultation ਜਿਹੜੀ ਚਾਹੀਦੀ ਹੈ was required, ਉਹ ਦੇ ਦਿੱਤੀ ਗਈ ਸੀ ਕਿ 11/10/19 ਦੀ ਚਿੱਠੀ ਭਾਰਤ ਸਰਕਾਰ ਨੇ ਵਾਪਸ ਲੈ ਲਈ। ਇੱਕ ਗੱਲ। ਦੂਜੀ ਗੱਲ, 3 ਪ੍ਰਿਜ਼ਨਰ ਜਿਹੜੇ ਸੀਗੇ ਉਹ ਆਲਰੇਡੀ ਰਿਲੀਜ਼ ਸੀਗੇ, ਨੰਦ ਸਿੰਘ, ਸੁਪੇਗ ਸਿੰਘ ਤੇ ਲਾਲ ਸਿੰਘ, ਤੇ ਉਦੋਂ ਪਹਿਲਾਂ ਜਿਹੜੇ ਆਲਰੇਡੀ 3 ਬਲਵੀਰ ਸਿੰਘ, ਰਜਿੰਦਰ ਸਿੰਘ ਤੇ ਵਰਿਆਮ ਸਿੰਘ, ਉਹ ਆਲਰੇਡੀ ਰਿਲੀਜ਼ ਸੀਗੇ। ਸੋ ਇਹ ਜਿਹੜੀ ਗੱਲ ਹੈਗੀ ਹੈ, ਇਹ ਅਸੀਂ ਜਿਹੜੀ ਰਿਕਾਰਡ ਦੀ ਗੱਲ ਕਰ ਰਹੇ ਹਾਂ, ਉਦਾਂ ਦੀ ਗੱਲ ਨਹੀਂ ਕਰ ਰਹੇ। ਤੇ ਜਾਂ ਤਾਂ ਕਹਿ ਲਓ ਚਿੱਠੀ ਵਾਪਸ ਹੋ ਗਈ, ਫਿਰ ਤਾਂ ਅਸੀਂ ਮੰਨਦੇ ਹਾਂ ਵੀ ਭਾਰਤ ਸਰਕਾਰ ਨੇ ਮੰਨਿਆ ਸੀ ਤੇ ਫਿਰ ਉਹ ਵਿਡਰਾਅ ਕਰ ਗਏ, ਪਿੱਛੇ ਹੋ ਗਏ। ਠੀਕ ਹੈ, ਉਹ ਚਿੱਠੀ ਹੈਗੀ ਹੈ ਤੇ ਫਿਰ ਇਹ ਜੀ
ठीक है, मैं ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਦਾਦੂਵਾਲ ਜੀ ਦਾ ਰੁਖ ਕਰ ਲਵਾਂ। ਦਾਦੂਵਾਲ ਜੀ ਦੇਖੋ, ਆਪੋ ਆਪਣੇ ਤਰਕ ਨੇ। ਇੱਕ ਪਾਸੇ ਬੀਜੇਪੀ ਦੇ ਨੁਮਾਇੰਦੇ ਬੈਠੇ ਨੇ, ਉਹ ਤਰਕ ਦੇ ਰਹੇ ਨੇ ਆਪਣੇ ਪੱਧਰ ਤੇ, ਦੂਜੇ ਪਾਸੇ ਤਰਕ ਐਸਜੀਪੀਸੀ ਦੇ ਨੁਮਾਇੰਦੇ ਨੇ, ਉਹਨਾਂ ਦੇ ਵੀ ਨੇ। पर एक इल्जाम जो लगाया जा रहा है कि जो पूरी मुहिम सी या कोशिश की जा रही सी कमेटी के जरिए उसनू एक तरीके नाल अगे सिरे नहीं चढ़न दिता। खैर एक पॉइंट हो गया, मैं नैक्सट दे उत्ते आउणा कि मौजूदा समय दे विच एसजीपीसी जिहड़ा मीटिंग तो बाद फैसला लैके इस समय 12 तरीक वाला प्रदर्शन का ऐलान कर रही है, तुहानूं लगदा कि सही फैसला है और बिल्कुल सही ट्रैक दे उत्ते है बंदी ਸਿੰਘਾਂ ਦੀ रिहाई के मुद्दे उत्ते एसजीपीसी इस समय? देखो एको गल गौरव जी मैं पहला भी कही है ते मैं हुण भी कहना चाहुंदा जी कि देखो जे बंदी ਸਿੰਘਾਂ ਦੀ रिहाई वास्ते सुहिरद होवे ना श्रोमणी गुरुद्वारा प्रबंधक कमेटी जी, ਤਾਂ ਫਿਰ ਮੈਨੂੰ ਇੱਕ ਗੱਲ ਦੱਸੋ, ਇੱਕ ਪੰਜਾਬੀ ਦੀ ਕਹਾਵਤ ਆ, ਕਹਿੰਦੇ ਵੀ ਦੋਧੀਆਂ ਦੀ ਕੱਟੀ ਪਿੱਛੇ ਵੱਗ ਥੋੜੀ ਭੁੱਖਾ ਮਾਰਨਾ। ਗੱਲ ਸੁਖਬੀਰ ਸਿੰਘ ਬਾਦਲ ਦੀ ਸੀ। ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਨਾ ਸੀ, ਇਹਨਾਂ ਨੇ ਸੰਤ ਨਿਹਾਲ ਸਿੰਘ ਨਿਹੰਗ ਸਿੰਘ ਜਥੇਬੰਦੀ, ਇਹਨਾਂ ਨੇ ਬਾਬਾ ਹਰਨਾਮ ਸਿੰਘ ਵੀ ਬਾਹਰ ਕਰਤੇ, ਦਮਦਮੀ ਟਕਸਾਲ ਵੀ ਬਾਹਰ ਕਰਤੀ। ਇੱਕ ਪਾਸੇ ਕਹਿੰਦੇ ਪੰਥ ਦੀ ਏਕਤਾ ਦੇ ਨਾਲ ਸੰਘਰਸ਼। ਅਸੀਂ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਉਹਨਾਂ ਨੂੰ ਬਾਹਰ ਕਰ ਦਿਓ, ਸਾਰੇ ਪੰਥ ਨੂੰ, ਜਿਹੜੇ ਬਾਹਰ ਰਹਿ ਗਈਆਂ ਜਥੇਬੰਦੀਆਂ ਉਹ ਵੀ ਆ ਜਾਣਗੀਆਂ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਹੜੀਆਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੀ ਨਹੀਂ ਸੀ ਆਈਆਂ, ਉਹ ਵੀ ਆਉਣ ਨੂੰ ਤਿਆਰ ਸੀ। ਉਹਨਾਂ ਨੇ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦਿਓ ਕਮੇਟੀ ਚੋਂ, ਅਸੀਂ ਵੀ ਸਾਰੇ ਆਉਣ ਨੂੰ ਤਿਆਰ ਹਾਂ। ਪਰ ਜੇ ਕੋਸ਼ਿਸ਼ ਹੀ ਇੱਕ ਹੋਵੇ ਕਿ ਕਿਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਰਵਾਈਵ ਕਰਨਾ, ਇਕੱਲਾ ਅਸੀਂ ਨਹੀਂ ਕਹਿੰਦੇ ਜੀ। ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਮਿੱਠੂ ਸਿੰਘ ਕਾਨੇ ਕੇ ਮੈਂਬਰ ਨੇ ਐਸਜੀਪੀਸੀ ਦੇ, ਗੁਰਪ੍ਰੀਤ ਸਿੰਘ ਜੀ ਰੰਧਾਵਾ ਮੈਂਬਰ ਨੇ ਐਸਜੀਪੀਸੀ ਦੇ, 1.5 ਦਰਜਨ ਦੇ ਕਰੀਬ ਮੈਂਬਰਾਂ ਨੇ ਅੱਜ ਜਿਹੜਾ ਲਿਖਤੀ ਪ੍ਰੈਸ ਨੋਟ ਜਾਰੀ ਕੀਤਾ, ਉਹ ਵਾਇਆ ਮੀਡੀਆ ਮੇਰੇ ਕੋਲ ਵੀ ਆਇਆ, ਸਵੇਰ ਨੂੰ ਅਖਬਾਰਾਂ 'ਚ ਵੀ ਛਪੇਗਾ। ਉਹਨਾਂ ਨੇ ਵੀ ਸਰਦਾਰ ਧਾਮੀ ਸਾਹਿਬ ਨੂੰ ਕਿਹਾ ਕਿ ਸਰਦਾਰ ਧਾਮੀ ਸਾਹਿਬ ਪੰਥ ਦੇ ਮੁੱਦਿਆਂ ਤੇ ਅਗਾਂਹ ਵਧੋ, ਸੁਖਬੀਰ ਸਿੰਘ ਬਾਦਲ ਦੀ ਗੁਲਾਮੀ ਛੱਡੋ। ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਹਿ ਰਹੇ ਨੇ, 1.5 ਦਰਜਨ ਦੇ ਕਰੀਬ। ਅੱਜ ਦੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਤੁਸੀਂ ਬਿਆਨ ਦੇਖੋ, ਸਵੇਰ ਨੂੰ ਦਾਦੂਵਾਲ ਸਾਹਿਬ ਉਹਨਾਂ ਦੇ ਕੋਲ ਇੱਕ ਵੱਡਾ ਅਹੁਦਾ ਤਾਂ ਹੈਗਾ ਹੈ ਨਾ, ਅਕਾਲੀ ਦਲ ਦੇ ਪ੍ਰਧਾਨ ਨੇ ਮੌਜੂਦਾ ਸਮੇਂ ਦੇ ਵਿੱਚ, ਤੇ ਜੇ ਕਮੇਟੀ ਕੰਮ ਕਰੇਗੀ ਔਰ ਅਕਾਲੀ ਦਲ ਦੇ ਪ੍ਰਧਾਨ ਵੀ ਹੋਣਗੇ ਤਾਂ ਸੈਂਟਰ ਦੀ ਸਰਕਾਰ ਤੱਕ ਦਬਾਅ ਬਣਾਉਣ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਆਸਾਨੀ ਹੋਏਗੀ? ਦੇਖੋ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਅੜਿੱਕਾ ਹੀ ਉਹ ਨੇ, ਸਭ ਤੋਂ ਵੱਡਾ ਅੜਿੱਕਾ ਹੀ ਉਹ ਨੇ ਜਿਸ ਕਾਰਨ ਸਾਡੇ ਰਿਹਾ ਨਹੀਂ ਹੋ ਰਹੇ। ਇਹਨਾਂ ਦੀ ਜੇਦ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਸੀਂ ਕੰਮ ਨਹੀਂ ਕਰਨਾ। ਤੇ ਕੇਂਦਰ ਜਿਹੜਾ ਹੈ, ਲੱਗਦਾ ਮੈਨੂੰ ਜਿਸ ਤਰ੍ਹਾਂ ਉਹਨਾਂ ਦਾ ਅਲਾਈਅੰਸ ਟੁੱਟਾ ਹੋਇਆ, ਸੁਖਬੀਰ ਸਿੰਘ ਬਾਦਲ ਨਾਲ ਗੱਲ ਨਹੀਂ ਕਰਨੀ ਚਾਹੁੰਦੇ, ਜਿਸ ਤਰ੍ਹਾਂ ਦਾ ਸਾਨੂੰ ਜਿਹੜੇ ਇੰਡੀਕੇਟ ਜਿਹੜੇ ਮਿਲ ਰਹੇ ਆ ਵਾਇਆ ਮੀਡੀਆ ਅਸੀਂ ਦੇਖ ਰਹੇ ਆ। ਤੇ ਬਾਕੀ ਹੁਣ ਗੱਲ, ਹੁਣ ਇਹਨਾਂ ਦੀ ਇੱਕੋ ਹੀ ਕੋਸ਼ਿਸ਼ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਪਰਿਵਾਰ ਨੂੰ ਕਿਵੇਂ ਸਰਵਾਈਵ ਕਰੀਏ। ਹੁਣ ਤੁਸੀਂ ਦੇਖੋ, ਮੈਂ ਇੱਕ ਗੱਲ ਦਾ ਜਵਾਬ ਮੰਗਿਆ, ਸਰਦਾਰ ਗਰੇਵਾਲ ਸਾਹਿਬ ਜਵਾਬ ਦੇ ਦੇਣ ਜਾਂ ਸਰਦਾਰ ਧਾਮੀ ਸਾਹਿਬ ਤੋਂ ਲੈ ਦਿਓ ਤੁਸੀਂ, ਕਿ ਮੈਨੂੰ ਇੱਕ ਗੱਲ ਦਾ ਜਵਾਬ ਤਾਂ ਦੇ ਦਿਓ ਕਿ 11 ਮੈਂਬਰੀ ਕਮੇਟੀ ਦੀ ਮੀਟਿੰਗ ਕਦੋਂ ਸੱਦੀ ਗਈ, ਜਿਹਦੇ ਵਿੱਚ ਦਾਦੂਵਾਲ ਨਹੀਂ ਗਿਆ, ਜਾਂ ਜਿਹਦੇ ਵਿੱਚ ਕਾਲਕਾ ਨਹੀਂ ਗਿਆ, ਜਾਂ ਜਿਹਦੇ ਵਿੱਚ ਬਾਕੀ ਜਿਹੜੇ ਸੰਤ ਜਾਂ ਜਿਹੜੇ ਮੈਂਬਰ ਸੀ ਉਹ ਨਹੀਂ ਆਏ। 11 ਮੈਂਬਰੀ ਕਮੇਟੀ ਦੀ ਮੀਟਿੰਗ ਹੀ ਦੂਜੀ ਨਹੀਂ ਸੱਦੀ ਗਈ। ਇੱਕ ਭੰਗ ਕਦੋਂ ਕਰਤੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਤੇ ਇਹਦੇ ਨਾਲ ਸਾਰੀਆਂ ਸੰਪਰਦਾਵਾਂ ਟਕਸਾਲਾਂ ਵੀ ਬਾਹਰ ਕਰ ਦਿੱਤੀਆਂ। ਇਹ ਤਾਂ ਸਿਰਫ ਰਾਜਨੀਤੀ ਆ। ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੇ ਨਜ਼ਰਸਾਨੀ ਕਰੇ। ਉਹ ਪੰਥ ਦੀਆਂ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਸਭ ਨੂੰ ਨਾਲ ਲੈ ਕੇ ਚੱਲੋ। ਉਹਨਾਂ ਦੇ ਤਖਤ ਹਜੂਰ ਸਾਹਿਬ ਵੀ ਬਾਹਰ ਕਰਤਾ, ਉਹਨਾਂ ਦਿੱਲੀ ਕਮੇਟੀ ਵੀ ਬਾਹਰ ਕਰਤੀ। ਇਹ ਤਾਂ ਭਾਂਜੀ ਇੱਕ ਤਰੀਕੇ ਨਾਲ ਹੋ ਗਈ ਨਾ, ਹਾਲਾਂਕਿ ਅਫੀਸ਼ੀਅਲ ਤੌਰ ਤੇ ਉਹਨਾਂ ਨੇ ਨਹੀਂ ਗੱਲ ਕਹੀ। ਨਹੀਂ ਦਾਦੂਵਾਲ ਸਾਹਿਬ, ਜੇ ਦੁਬਾਰਾ ਮੀਟਿੰਗ ਸੱਦੀ ਜਾਂਦੀ ਹੈ 11 ਮੈਂਬਰੀ ਕਮੇਟੀ ਦੀ, ਤੁਸੀਂ ਪਹੁੰਚੋਗੇ? ਦਾਦੂਵਾਲ ਸਾਹਿਬ, ਜੇ ਕਮੇਟੀ ਦੀ ਮੀਟਿੰਗ ਸੱਦੀ ਗਈ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਤਾਂ ਤੁਸੀਂ ਪਹੁੰਚੋਗੇ? ਬਿਲਕੁਲ, ਅਸੀਂ ਤਾਂ ਕਹਿ ਕੇ ਆਏ ਸੀ ਗੌਰਵ ਸਾਹਿਬ, ਅਸੀਂ ਕਿਹਾ ਵੀ ਸਾਡਾ ਇਹ ਸੁਝਾਅ ਤੇ ਇਤਰਾਜ਼, ਅੱਜ ਵੀ ਲੈਟਰ ਪੜੋ। ਅਸੀਂ ਬਾਅਦ ਵਿੱਚ ਮੇਰੀ ਮੀਟਿੰਗ ਹੋਈ, ਮੈਂ ਕਿਹਾ ਧਾਮੀ ਸਾਹਿਬ ਅਸੀਂ ਤੁਹਾਡੇ ਸੱਦੇ ਤੇ ਆਏ ਆ ਤੇ ਆਵਾਂਗੇ। ਸੁਖਬੀਰ ਸਿੰਘ ਬਾਦਲ ਸਾਡਾ ਲੀਡਰ ਨਹੀਂ ਹੈ ਤੇ ਤੁਸੀਂ ਵੀ ਉਹਨਾਂ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਬਾਹਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ, ਪਰ ਤੁਸੀਂ ਜੋ ਸੰਘਰਸ਼ ਕਰੋਗੇ ਬੰਦੀ ਸਿੰਘਾਂ ਦੀ ਰਿਹਾਈ ਲਈ, ਅਸੀਂ ਉਹਦਾ ਪੂਰਾ ਸਾਥ ਦੇਵਾਂਗੇ। ਪਰ ਸਰਦਾਰ ਧਾਮੀ ਸਾਹਿਬ ਨੇ ਮੀਟਿੰਗ ਹੀ ਨਹੀਂ ਬੁਲਾਈ, ਮੁੜ ਕੇ ਜਵਾਬ ਲਓ ਉਹਨਾਂ ਤੋਂ। ਠੀਕ ਹੈ ਗਰੇਵਾਲ ਸਾਹਿਬ, ਮੈਂ ਭੋਮਾ ਜੀ ਤੁਹਾਡੇ ਕੋਲ ਆ ਰਿਹਾ, ਮੈਂ ਚਲੋ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ। ਗਰੇਵਾਲ ਸਾਹਿਬ, ਤੁਸੀਂ ਜ਼ਿਕਰ, ਜਾਂ ਧਾਮੀ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ, ਅੱਗੇ ਕੁਝ ਨਹੀਂ ਹੋਇਆ। ਉਹ ਕਹਿੰਦੇ ਮੀਟਿੰਗ ਸੱਦਣੀ ਤਾਂ ਤੁਸੀਂ ਸੀ, ਤਾਲਮੇਲ ਤਾਂ ਤੁਸੀਂ ਬਿਠਾਉਣਾ ਸੀ, ਤੁਸੀਂ ਉਸ ਵੇਲੇ ਪਾਸੇ ਕੋਈ ਕਦਮ ਹੀ ਨਹੀਂ ਵਧਾਇਆ। ਦੇਖੋ ਜੀ, ਤੁਹਾਡੇ ਚੈਨਲ ਤੇ ਆ
ਦਾਦੂਵਾਲ ਸਾਹਿਬ ਨੇ ਆਪਣੀ TRP ਲੈਣ ਵਾਸਤੇ ਹਮੇਸ਼ਾ ਇਹਨਾਂ ਨੂੰ ਫੋਬੀਆ ਰਹਿੰਦਾ, ਜਦੋਂ ਕਿ ਅੱਜ ਦੀ ਮੀਟਿੰਗ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦਾ ਨਾ ਕੋਈ ਇਸ਼ੂ ਆ, ਨਾ ਕੋਈ ਇਨਵੋਲਵਮੈਂਟ ਆ। ਪਰ ਕੀ ਆ ਵੀ ਇਹਨਾਂ ਨੂੰ TRP ਰਹਿੰਦੀ ਆ। ਅੱਗੇ 16 ਕਰੋੜ ਰੁਪਈਆ ਉੱਥੇ ਬਗਾੜੀ ਮੋਰਚੇ ਵਿੱਚ ਡਕਾਰ ਗਏ ਨੇ, ਲੋਕਾਂ ਨੇ ਹਿਸਾਬ ਪੁੱਛਿਆ, ਇਹਨਾਂ ਨੇ ਦਿੱਤਾ ਨਹੀਂ। ਹੁਣ ਮੈਂ ਦੱਸ ਦਿਆਂ ਦਾਦੂਵਾਲ ਸਾਹਿਬ, ਤੁਹਾਨੂੰ ਮਿਹਰਬਾਨੀ ਕਰਕੇ ਤੁਸੀਂ ਜਿੰਨਾ ਸਤਿਕਾਰਯੋਗ ਮੈਂਬਰਾਂ ਦਾ ਨਾਮ ਲਿਆ, ਗਰੇਵਾਲ ਸਾਹਿਬ ਜਿਹੜੇ ਚੈੱਕ ਤੁਸੀਂ ਦਿੱਤੇ ਆ ਤੁਹਾਡੇ ਵਾਪਸ ਕਰਾਂਗਾ। ਤੁਸੀਂ ਇਹ ਵੀ ਸੁਖਬੀਰ ਸਿੰਘ ਬਾਦਲ ਦੀ ਬੋਲ ਰਹੇ ਹੋ ਕੀ ਦੇ ਉੱਤੇ? ਮੈਂ ਨਹੀਂ, ਉਹ ਮੈਂ ਨਹੀਂ ਕਿਹਾ, ਤੁਹਾਡੇ ਸਾਥੀਆਂ ਨੇ ਕਿਹਾ, ਮੇਰੇ ਕੋਲ ਤੁਹਾਡੇ ਸਾਥੀਆਂ ਨੇ ਕਿਹਾ, ਤੁਹਾਡੇ ਸਾਥੀਆਂ ਨੇ ਕਿਹਾ, ਝੂਠ ਬੋਲਿਆ, ਤੁਹਾਡੇ ਮੰਡ ਸਾਹਿਬ ਨੇ ਕਿਹਾ। ਤੁਸੀਂ ਮੇਰੀ ਗੱਲ ਤਾਂ ਸੁਣ, ਗੱਲ ਤਾਂ ਸੁਣ, ਤੁਸੀਂ ਟੀਵੀ ਤੇ ਆ ਕੇ ਕਿਉਂ ਬੋਲਦੇ ਹੋ? ਉਹ ਗੱਲ ਤਾਂ ਸੁਣੋ ਜੀ, ਗੱਲ ਤਾਂ ਸੁਣ, ਗੱਲ ਕਰੋ, ਸੁਣਾ ਬੋਲੋ ਟੀਵੀ ਤੇ ਆ ਕੇ ਇੱਕ ਇੱਕ ਕਰਕੇ ਸਹੀ ਗੱਲ। ਦਾਦੂਵਾਲ ਸਾਹਿਬ ਮੈਂ ਤੁਹਾਡੇ ਤੋਂ ਨਾਲ ਦੀ ਨਾਲ ਰਿਐਕਸ਼ਨ ਲੈ ਲਾਂਗਾ। ਤੁਸੀਂ ਇੱਕ ਵਾਰੀ ਗਰੇਵਾਲ ਜੀ ਨੂੰ ਕੰਪਲੀਟ ਕਰ ਲੈਣ ਦਿਓ ਗੱਲ। ਮੇਰੀ ਗੱਲ, ਦਾਦੂਵਾਲ ਜੀ 20 ਸਕਿੰਟ ਦੋ ਇੱਕ ਵਾਰੀ ਨਾ, ਤੁਸੀਂ 20 ਤੋਂ 30 ਸਕਿੰਟ ਦੋ ਇੱਕ ਵਾਰੀ, ਮੈਂ ਤੁਹਾਡੇ ਕੋਲ ਗਰੇਵਾਲ ਜੀ ਕੰਪਲੀਟ ਕਰ ਲਓ ਪਲੀਜ਼। ਮੈਂ ਬੇਨਤੀ ਇਹ ਕਰਦਾ ਸੀ, ਜਿਹੜੀ ਦਾਦੂਵਾਲ ਸਾਹਿਬ ਕਹਿੰਦੇ ਨਾ, ਉਹਨਾਂ ਨੇ ਚਿੱਠੀ ਲਿਖ ਕੇ ਦਿੱਤੀ ਆ, ਉਹ ਚਿੱਠੀ ਜਿਨ੍ਹਾਂ ਨੇ ਲਿਖਾਈ ਆ ਉਹ ਵੀ ਸਾਨੂੰ ਪਤਾ ਲੱਗ ਗਿਆ, ਪਰ ਅਸੀਂ ਸਤਿਕਾਰ ਕਰਦੇ ਆ। ਸਾਰੇ ਉੱਥੇ ਬੋਲੇ ਆ, ਉਹਨਾਂ ਦੀ ਲਾਈਵ ਰਿਕਾਰਡਿੰਗ ਤੁਹਾਨੂੰ ਭੇਜ ਦੇ। ਗੱਲ ਸੁਣੋ, ਗੱਲ ਤਾਂ ਟੇਕ ਦੇ, ਮੈਂ ਇੰਨਾ ਨਾ ਕੋਈ ਜੋਸ਼ ਕਿਉਂ ਖਾਂਦੇ ਹੋ, ਇੱਥੇ ਹੀ ਆ, ਤੁਸੀਂ ਵੀ ਇੱਥੇ ਰਹਿਣਾ, ਮੈਂ ਵੀ ਇੱਥੇ ਰਹਿਣਾ। ਉਹਨਾਂ ਦੀ ਜਿਹੜੀ ਲਾਈਵ ਉੱਥੇ ਬੋਲੇ ਆ, ਉਹ ਤੁਹਾਨੂੰ ਨਾ ਨਸ਼ਰ ਵੀ ਕਰ ਦਾਂਗੇ, ਵੈਸੇ ਲਾਈਵ ਚੱਲ ਰਹੀ ਆ ਸ਼੍ਰੋਮਣੀ ਕਮੇਟੀ ਦੇ। ਕਿਸੇ ਬੰਦੇ ਨੇ ਉੱਥੇ ਮਸਲਾ ਨਹੀਂ ਉਠਾਇਆ। ਬੰਦਿਆਂ ਨੇ ਮੀਟਿੰਗ ਤੋਂ ਬਾਅਦ ਧਾਮੀ ਸਾਹਿਬ ਨਾਲ ਮੀਟਿੰਗ ਕੀਤੀ ਆ, ਉਹਨਾਂ ਨੇ ਓਪਨਲੀ ਗੱਲ ਕਹੀ ਆ ਕਿ ਜੋ ਸ਼੍ਰੋਮਣੀ ਕਮੇਟੀ ਦਾ ਅੱਜ ਦਾ ਏਜੰਡਾ, ਇਸ ਏਜੰਡੇ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਕੋਈ ਰਾਜਨੀਤੀ ਨਹੀਂ ਗੀ, ਕੋਈ ਸਿਆਸੀ ਮਸਲਾ ਨਹੀਂ, ਅਸੀਂ ਡਟ ਕੇ ਉਸ ਮਾਮਲੇ ਦੇ ਨਾਲ ਚੱਲਾਂਗੇ। ਸੋ ਕਿਨਾ ਦਾਦੂਵਾਲ ਸਾਹਿਬ, ਬੇਨਤੀ ਆ ਤੁਹਾਨੂੰ ਹੱਥ ਜੋੜ ਕੇ, ਨਹੀਂ ਗਰੇਵਾਲ ਸਾਹਿਬ, ਇਕੱਲਾ ਚੱਲੋ ਦੀ ਰਣਨੀਤੀ ਤੁਹਾਨੂੰ ਲੱਗਦਾ ਕਾਰਗਰ ਹੋ ਸਕਦੀ ਹੈ? ਨਹੀਂ, ਇਕੱਲਾ ਚੱਲੋ ਵਾਲੀ ਕੋਈ ਗੱਲ ਨਹੀਂ। ਦੇਖੋ ਤੁਹਾਨੂੰ ਦੱਸ ਦੇਗਾ ਕਿ ਅੱਧ ਮੀਟਿੰਗ ਦੇ ਅੱਧ ਵਿਚਾਲੇ ਚਿੱਠੀ ਦਿੱਤੀ ਆ, ਤੁਸੀਂ 11 ਮੈਂਬਰਾਂ ਚੋਂ ਇੱਕ ਮੈਂਬਰ ਹੀ ਲੈ ਲਓ ਕੋਈ ਵਿੱਚ। ਤੁਹਾਨੂੰ ਪਤਾ ਕਿ ਗਰੇਵਾਲ ਸਾਹਿਬ ਦਾ ਹੈ ਹੀ ਨਹੀਂ ਉੱਥੇ, ਝੂਠ ਬੋਲੀ ਜਾ ਰਹੇ ਨੀਚੇ ਆ ਕੇ। ਚਲੋ ਨਹੀਂ, ਮੈਂ ਨਹੀਂ, ਤੁਸੀਂ ਉਹ ਸਿਰਫ ਸੱਚ ਬੋਲਦੇ ਹੋ, ਬਾਕੀ ਸਭ ਝੂਠ ਬੋਲਦੇ ਆ। ਏਦਾਂ ਨਾ ਕਰੋ, ਆਪਾਂ ਮੈਂ ਪਹਿਲਾਂ ਕਿਹਾ ਸੀ, ਉਹ ਬਹਿਸ ਚ ਨਹੀਂ ਪੈਣਾ, ਬਹਿਸ ਨਹੀਂ ਪੈਣਾ ਚਾਹੀਦਾ। ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ, ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਕੰਪਲੀਟ ਕਰ ਲਓ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਰੱਖੀਏ, ਕਿਸੇ ਹੋਰ ਪਾਸੇ ਨਾ ਜਾਈਏ। ਠੀਕ ਹੈ ਜੀ, ਮੈਂ ਪੌਮਾ ਜੀ ਦਾ ਇੱਕ ਵਾਰ ਰੁਕ ਕਰਦਾ। ਪੌਮਾ ਜੀ, ਸਹੀ ਕਦਮ ਚੁੱਕ ਰਹੀ ਹੈ SGPC ਇਸ ਸਮੇਂ? ਬਹੁਤ ਸਾਰੀ ਤਕਰਾਰ ਹੋ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਲੋਕ ਇਹ ਵੀ ਜਾਣਨਾ ਚਾਹੁੰਦੇ ਆ, ਸਿੱਖ ਸੰਗਤ ਜਾਣਨਾ ਚਾਹੁੰਦੀ ਹੋਏਗੀ ਕਿ ਆਖਿਰ ਜੇ ਪ੍ਰਦਰਸ਼ਨ ਕਰਨ ਦਾ ਐਲਾਨ ਹੋਇਆ ਜਾਂ ਫਿਰ ਕੋਈ ਕਮੇਟੀ ਬਣਾਉਣ ਦਾ ਐਲਾਨ ਹੋਇਆ, ਕਿਸੇ ਪਾਸੇ ਨੂੰ ਸਹੀ ਕਦਮ ਚੱਲ ਰਹੇ ਨੇ? ਗੌਰਵ ਜੀ ਵੇਖੋ, ਅਸੀਂ ਖੁਦ ਬੰਦੀ ਰਹੇ ਆ, ਤੇ ਸਾਡੇ ਜਿਹੜੇ ਬੰਦੀ ਭਰਾ ਨੇ, ਅਸੀਂ ਅਰਦਾਸਾਂ ਵੀ ਨਿਤ ਸਵੇਰੇ ਸ਼ਾਮ ਕਰਦੇ ਆ, ਤੇ ਖਾਲਸਾ ਪੰਥ ਜਿੱਥੇ ਦੇਸ਼ ਵਿਦੇਸ਼ 'ਚ ਬੈਠਾ ਸਾਰੇ ਹੀ ਅਰਦਾਸਾਂ ਕਰਦੇ ਆ, ਜੋਦੜੀਆਂ ਕਰਦੇ ਆ ਕਿ ਸਾਡੇ ਭਰਾ ਬਾਹਰ ਆਉਣ। ਪਰ ਗੱਲ ਇਹ ਆ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਗੁਰਦੁਆਰਾ ਅੰਬ ਸਾਹਿਬ ਮਹਾਲੀ ਬੰਦੀ ਸਿੰਘਾਂ ਦੀ ਹਰਿਆਈਆਂ ਲਈ ਮੋਰਚਾ ਲਾਇਆ, ਤੇ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਤੇ ਉਹਨਾਂ ਨੇ ਆਪਣੇ ਇੱਕ ਧਾਰਮਿਕ ਆਗੂ ਰਾਹੀਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਜੂਸ ਪਿਆ ਕੇ ਤੇ ਉਹ ਬੰਦੀ ਸਿੰਘਾਂ ਦਾ ਜਿਹੜਾ ਸੰਘਰਸ਼ ਖਤਮ ਕਰਵਾ ਦਿੱਤਾ। ਸੈਕੰਡ ਗੱਲ ਕਿ ਬਾਪੂ ਸੂਰਤ ਸਿੰਘ ਜੀ ਕਿਸੇ ਸੜਕ ਤੇ ਕਿਸੇ ਚੌਕ 'ਚ ਨਹੀਂ ਸੀ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਆਪਣੇ ਘਰ ਦੇ ਵਿੱਚ ਆਪਣੇ ਬੈੱਡ ਦੇ ਉੱਪਰ ਬੈਠ ਕੇ ਉਹਨਾਂ ਬੰਦੀ ਸਿੰਘਾਂ ਦੀ ਹਰਿਆਈਆਂ ਲਈ ਇੱਕ ਸ਼ਾਂਤਮਈ ਕੱਲਿਆਂ ਨੇ ਮੋਰਚਾ ਲਾਤਾ ਕਿ ਮੈਂ ਬੰਦੀ ਸਿੰਘ ਹਰਿਆ ਕਰਾਉਣੇ ਆ। ਤੇ ਉਹਨਾਂ ਦਾ ਉਹ ਮੋਰਚਾ ਬਹੁਤ ਜ਼ਿਆਦਾ ਪ੍ਰੈਸ 'ਚ ਵੀ ਸੁਰਖੀਆਂ ਦਾ ਕਾਰਨ ਬਣਿਆ, ਸ਼ਿੰਗਾਰ ਵੀ ਬਣਿਆ, ਤੇ ਇੱਕ ਲਹਿਰ ਬਣੀ ਬੰਦੀ ਸਿੰਘਾਂ ਦੀ ਹਰਿਆਈ ਦੀ। ਪਰ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਆਪਣੇ ਪਿੰਡੋਂ ਚੁੱਕ ਕੇ ਅਰੈਸਟ ਕਰਕੇ ਤੇ ਲੁਧਿਆਣੇ ਹਸਪੀਟਲ ਦੇ ਵਿੱਚ ਕੈਦ ਕਰਤਾ। ਅੱਜ ਵੀ ਉਹ ਵਿਚਾਰੇ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਾਉਂਦੇ ਇੱਕ ਕਰੁੰਗ ਬਣ ਗਏ ਆ, ਤੇ ਅੱਜ ਵੀ ਉੱਥੇ ਜਿਹੜਾ ਵਾ ਉਹ ਲੁਧਿਆਣਾ DMC ਦੇ ਵਿੱਚ ਜਿਹੜੇ ਨੇ ਉਹ ਦਾਖਲ ਨੇ। ਸੋ ਮੇਰਾ ਕਹਿਣ ਦਾ ਭਾਵ ਕਿ ਜੇ ਪੰਜਾਬ ਸਰਕਾਰ ਇਹਨਾਂ ਦੇ ਕੋਲ ਹੋਵੇ ਤੇ ਬੰਦੀ ਸਿੰਘਾਂ ਲਈ ਸੰਘਰਸ਼ ਹੋਵੇ, ਇਹ ਸੰਘਰਸ਼ ਖਤਮ ਕਰਵਾ ਦੇਣ, ਉਲਟਾ ਪਰਚੇ ਦਰਜ ਕਰਵਾ ਦੇਣ। ਜਿਹੜਾ ਬਾਪੂ ਸੂਰਤ ਸਿੰਘ ਦੀ ਮੁਲਾਕਾਤ ਕਰਨ ਆਵੇ ਉਹਦੇ ਤੇ ਪਰਚੇ ਦਰਜ ਕਰਾ ਦੇਣ,
ਜੇ ਸੈਂਟਰ ਸਰਕਾਰ 'ਚ ਇਹਨਾਂ ਦੀ ਭਾਈਵਾਲ ਹੋਵੇ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਹੁੰ ਚੁੱਕੇ ਉਹ ਵੇਲੇ ਬੰਦੀ ਸਿੰਘ ਯਾਦ ਨਾ ਆਉਣ, ਮੋਦੀ ਸਰਕਾਰ 'ਚ ਬੀਬਾ ਹਰਸਿਮਰਤ ਸਹੁੰ ਚੁੱਕੇ ਉਦੋਂ ਇਹਨਾਂ ਨੂੰ ਬੰਦੀ ਯਾਦ ਨਾ ਆਉਣ। ਸੋ ਮੇਰੀ ਕਹਿਣ ਤੋਂ ਮੁਰਾਦ ਇਹ ਆ ਕਿ ਇਹਨਾਂ ਦੀ ਨੀਤ ਤੇ ਨੀਤੀ ਦੇ ਵਿੱਚ ਬਹੁਤ ਵੱਡਾ ਅੰਤਰ ਆ। ਜਿਹੜੀ ਗੱਲ ਮੈਂ ਕਹਿਣੀ ਜਾ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ, ਇਹਦੇ ਬਾਰੇ ਕੋਈ ਦੁਬਿਧਾ ਨਹੀਂ, ਕਿਸੇ ਨੂੰ ਕੋਈ ਸ਼ੱਕ ਨਹੀਂ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ, ਵੇਖੋ ਗੱਲ ਤੇ ਮੋਦੀ ਸਰਕਾਰ ਨਾਲ ਹੀ ਕਰਨੀ ਪੈਣੀ ਆ, ਗੱਲ ਕਾਨੂੰਨ ਨਾਲ ਹੀ ਕਰਨੀ ਪੈਣੀ ਆ। ਦੋ ਪੱਖ ਨੇ, ਇੱਕ ਪਾਸੇ ਦੇ ਮੋਦੀ ਸਰਕਾਰ ਨਾਲ ਗੱਲ ਕੀਤੀ ਜਾਵੇ ਜਿਹੜਾ ਇਹਨਾਂ ਨਾਲ ਕਰ ਨਹੀਂ ਰਿਹਾ, ਇਹਨਾਂ ਨੂੰ ਟਾਈਮ ਨਹੀਂ ਦੇ ਰਿਹਾ, ਇਹਨਾਂ ਦਾ ਪ੍ਰਭਾਵ ਹੀ ਕੁਝ ਨਹੀਂ ਸਮਝ ਰਿਹਾ। ਸੈਕੰਡ ਗੱਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਬਿਲਕਿਸ ਬਾਨੋ ਕਾਂਡ ਵਾਲੇ ਜਿਹੜੇ ਦੋਸ਼ੀ ਆ ਉਹ ਜੇਲ੍ਹ ਚੋਂ ਰਿਹਾ ਹੋ ਸਕਦੇ ਆ, ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਆ, ਉਹਨਾਂ ਹੀ ਬੇਸ ਤੇ ਉਹੀ ਪਲੀ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਵੱਡੇ ਵਕੀਲ ਕਰਕੇ ਉਹਨਾਂ ਨੂੰ ਹਰਿਆ ਕਿਉਂ ਨਹੀਂ ਕਰਵਾਉਂਦੀ? ਆ ਮੇਨ ਗੱਲ ਕਰਨ ਵਾਲੀ ਆ। ਦੋ ਹੀ ਪੱਖ ਨੇ, ਮਤਲਬ ਤੁਸੀਂ ਕਹਿ ਰਹੇ ਹੋ ਕਿ ਪ੍ਰਦਰਸ਼ਨ ਕਰਦੇ ਰਹੋ ਪਰ ਅਦਾਲਤਾਂ ਦਾ ਰੁਖ ਵਗੈਰਾ ਰਿਹਾਈ ਨਹੀਂ ਹੋਣੀ। ਰਹਿ ਗਈ ਗੱਲ ਬੰਦੀ ਸਿੰਘਾਂ ਲਈ ਲੋਕ ਰਾਏ ਬਣਾਉਣ ਦੀ। ਲੋਕ ਰਾਏ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਬਣਾਉਣੀ, ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਅਸੀਂ ਅੱਜ ਵੀ ਕਹਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਲੋਕਾਂ ਨੂੰ ਪਾਸੇ ਕਰਕੇ ਪੰਥਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਨੂੰ ਆਵਾਜ਼ ਮਾਰੇ ਤੇ ਅੱਜ ਹੀ ਆਪਾਂ ਦਿੱਲੀ ਘੇਰ ਲੈਨੇ ਆ ਤੇ ਮਹੀਨੇ ਦੇ ਵਿੱਚ ਬੰਦੀ ਸਿੰਘ ਰਿਹਾ ਹੋ ਜਾਣੇ ਆ, ਪਰ ਇਹ ਕਰਨਾ ਹੀ ਨਹੀਂ ਹੈ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਹੁਣ ਬਿਲਕੁਲ ਖਤਮ ਹੋ ਚੱਲਿਆ, ਪਰ ਮੈਂ ਗਰੇਵਾਲ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਚਾਹੂੰਗਾ ਤੁਹਾਡਾ। ਦੇਖੋ ਕਿ ਸਹੀ ਇਸ ਸਮੇਂ ਟਰੈਕ ਦੇ ਉੱਤੇ ਹੋ ਜਾਂ ਨਹੀਂ ਹੋ। ਮੈਂ ਆਉਂਗਾ ਦਾਦੂਵਾਲ ਸਾਹਿਬ ਤੁਹਾਡੇ ਕੋਲ। ਦੇਖੋ ਜੀ, ਮੈਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਕਿ ਅੱਜ ਦਾ ਜਿਹੜਾ ਮਾਹੌਲ ਹੈ ਉਹ ਆਪਣੇ ਆਪ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੇਂਦਰ ਦੀ ਭਾਜਪਾ ਤੇ ਕੇਜਰੀਵਾਲ ਨੂੰ ਇੱਕ ਨਵਾਂ ਸੋਚਣ ਦਾ ਰਾਹ ਜਿਵੇਂ ਮਜਬੂਰ ਕਰੇਗਾ। ਮੈਂ ਬੇਨਤੀ ਕਰਦੇ ਹਾਂ, ਭੂਮਾ ਸਾਹਿਬ ਮੇਰੇ ਮਿੱਤਰ ਨੇ, ਸਾਡੇ ਸਾਥੀ ਨੇ, ਤੇ ਵਧੀਆ ਇਹਨਾਂ ਨੂੰ ਦਿੱਲੀ ਕਮੇਟੀ ਨੇ ਕੰਮ ਲਾਇਆ, ਅਸੀਂ ਤਾਂ ਵਧਾਈ ਦਿੰਦੇ ਹਾਂ। ਇਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਦੋਂ ਜੀ ਬੀਬਾ ਸੁਰਿੰਦਰ ਕੌਰ ਜਾਂ ਬਾਦਲ ਸਾਹਿਬ ਦੀ ਗੱਲ ਕੀਤੀ, ਵਾਕਈ ਸਹੀ ਬੋਲਦੇ ਨੇ। ਇਹ ਉਸ ਪਰਿਵਾਰ ਦੇ ਨਾਲ ਬਹੁਤ ਨੇੜੇ ਸੀ, ਉਦੋਂ ਨਾਲ ਰਹੇ, ਉਹਨਾਂ ਨੇ ਅਹੁਦੇ ਵੀ ਦਿੱਤੇ, ਸਾਰਾ ਕੁਝ ਦਿੱਤਾ, ਚੰਗੀ ਗੱਲ ਹੈ। ਪਰ ਹੁਣ ਤੁਸੀਂ ਵੱਖ ਹੋ ਗਏ ਹੋ, ਉਦੋਂ ਤੁਸੀਂ ਰੌਲਾ ਨਹੀਂ ਪਾਇਆ, ਹੁਣ ਪਾ ਰਹੇ ਹੋ। ਦੂਜੀ ਗੱਲ, ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪੱਲੇ ਕੁਝ ਨਹੀਂਗਾ। ਹੁਣ ਇਹ ਕਹਿੰਦੇ ਵੀ ਜੇ ਸ਼੍ਰੋਮਣੀ ਕਮੇਟੀ ਇਹਨੂੰ ਵੱਖ ਕਰ ਦੇਵੇ ਤੇ ਮੂਹਰੇ ਲੱਗ ਕੇ ਚੱਲੇ ਤੇ ਫਿਰ ਦਿੱਲੀ ਘੇਰ ਲੇਗੀ। ਸੋ ਇਸ ਕਰਕੇ ਮੈਂ ਬੇਨਤੀ ਹੱਥ ਜੋੜ ਕੇ ਕਰਦਾ, ਮੈਂ ਇਸ ਬਹਿਸ ਨਹੀਂ ਸੀ ਪੈਣਾ ਚਾਹੁੰਦਾ। ਦਾਦੂਵਾਲ ਸਾਹਿਬ ਮੇਰੇ ਲਈ ਸਤਿਕਾਰਯੋਗ ਆ ਸਾਰੇ ਹੀ, ਪਰ ਆਪਾਂ ਇਸ ਗੱਲ ਦੇ ਵਿੱਚ ਖਲਾਰਾ ਨਾ ਪਾਈਏ। ਆਪੋ ਆਪਣੇ ਥਾਂ ਜਿੰਨੇ ਜੋਗਾ ਹੈਗੇ ਆ ਉਹ ਕਰੀ ਜਾਈਏ। ਦਿੱਲੀ ਕਮੇਟੀ ਬਹੁਤ ਵੱਡਾ ਪ੍ਰਚਾਰ ਕਰ ਰਹੀ ਹੈ, ਇਸ ਦਾ ਸਤਿਕਾਰ ਕੀਤਾ ਅਸੀਂ। ਮੈਂ ਪਹਿਲਾ ਬੰਦਾ ਜਿਹਨੇ ਕਿਹਾ ਸੀ ਅਸੀਂ ਨਹੀਂ, ਉਹ ਤਾਂ ਕਹਿ ਰਹੇ ਨੇ ਕਿ ਸਾਰਿਆਂ ਨੂੰ ਨਾਲ ਲੈ ਲਓ। ਦੀ ਰਿਹਾਈ ਦੇ ਵਿੱਚ ਢਿੱਕਾ ਨਾ ਮਾਜੀ ਦਾ ਤਰਕ ਇਹ ਸੀਗਾ ਕਿ ਸਿਆਸਤ ਦੇ ਨਾਲ ਜੁੜੇ ਲੋਕਾਂ ਨੂੰ ਕੱਢ ਦਿਓ, ਬਾਕੀ ਸਭ ਨੂੰ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ। ਇਕੱਠੇ ਕਰ ਲਓ। ਦਾਦੂਵਾਲ ਜੀ ਸੱਚਾਈ ਆ ਉਹਨੂੰ ਤੇ ਪ੍ਰਵਾਨ ਕਰੀਏ ਨਾ। ਆਪਾਂ ਤੁਹਾਡਾ ਵੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ, ਜੇ ਤੁਸੀਂ ਸਾਡਾ ਕਰਦੇ ਆ ਅਸੀਂ 10 ਗੁਣਾ ਵੱਧ ਕਰਦੇ ਆ, ਪਰ ਜਿਹੜੀ ਸੱਚਾਈ ਉਹਨੂੰ ਕਬੂਲ ਕਰੀਏ। ਠੀਕ ਹੈ ਦਾਦੂਵਾਲ ਜੀ। ਗੌਰਵ ਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਜਿਹੜਾ ਕਹਿੰਦਾ ਹੁੰਦਾ ਵੇਲੇ ਦਾ ਰਾਹ ਕਵੇਲੇ ਦੀਆਂ ਟੱਕਰਾਂ, ਜਦੋਂ ਬੰਦੀ ਸਿੰਘਾਂ ਦਾ ਮੁੱਦਾ ਲੈਣਾ ਸੀਗਾ ਉਸ ਵੇਲੇ ਤਾਂ ਰਾਸ਼ਟਰਪਤੀ ਸਾਹਿਬ ਨੂੰ ਬਿਨਾਂ ਸ਼ਰਤ ਵੋਟਾਂ ਪਾਤੀਆਂ। ਉਦੋਂ ਸ਼ਰਤ ਰੱਖ ਲੈਂਦੇ ਕਿ ਬੰਦੀ ਸਿੰਘ ਰਿਹਾ ਕਰੋ, ਰਾਸ਼ਟਰਪਤੀ ਨੂੰ ਅਸੀਂ ਵੋਟਾਂ ਪਾ ਦਿੰਨੇ। ਉਸ ਵੇਲੇ ਬਿਨਾਂ ਸ਼ਰਤ ਵੋਟਾਂ ਤੇ ਅਗਲੇ ਦਿਨ ਜਾ ਕੇ ਦੋਨੇ ਮੀਆਂ ਬੀਬੀ ਹੱਥ 'ਚ ਤਖਤੀਆਂ ਲੈ ਕੇ ਪਾਰਲੀਮੈਂਟ 'ਚ ਅਸੀਂ ਡਰਾਮੇ ਕਰਨ ਲੱਗ ਗਏ ਵੀ ਉਧਰੋਂ ਕੇਂਦਰ ਨੂੰ ਵੀ ਰੱਖ ਲਈਏ, ਇਧਰੋਂ ਪੰਥ ਨੂੰ ਵੀ ਰੱਖ ਲਈਏ, ਵੀ ਇਹ ਡਰਾਮੇ ਹੁਣ ਕੌਮ 'ਚ ਪੰਥ 'ਚ ਨਹੀਂ ਚੱਲਣੇ। ਅਸੀਂ ਅਪੀਲ ਕਰਦੇ ਹਾਂ ਧਾਮੀ ਸਾਹਿਬ ਨੂੰ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਗੁਰਦੁਆਰਾ ਕਮੇਟੀ, ਹਜ਼ੂਰ ਸਾਹਿਬ ਬੋਰਡ ਦੀ ਬਲੀ ਨਾ ਦਵੇ, ਨਿਹੰਗ ਸਿੰਘ ਜਥੇਬੰਦੀਆਂ ਦੀ ਬਲੀ ਨਾ ਦਵੇ, ਦਮਦਮੀ ਟਕਸਾਲ ਦੀ ਬਲੀ ਨਾ ਦਵੇ। ਉਹਨਾਂ ਨੂੰ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਟਕਸਾਲਾਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਲੈ ਕੇ ਚੱਲਣਾ ਚਾਹੀਦਾ ਵਾ। ਕੱਲੇ ਸੁਖਬੀਰ ਸਿੰਘ ਬਾਦਲ ਪਿੱਛੇ ਤੁਸੀਂ ਇਸ ਸੰਘਰਸ਼ ਨੂੰ ਮੱਠਾ ਨਾ ਪਾਓ। ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਨ ਦੀ ਸਾਰਿਆਂ ਦੀ ਬਲੀ ਦੇ ਦਿੱਤੀ। ਇਹ ਸੰਘਰਸ਼ ਸਾਂਝਾ ਕਰੋ, ਅਸੀਂ ਤੁਹਾਡਾ ਸਹਿਯੋਗ ਦੇਵਾਂਗੇ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਪਹਿਲਾਂ ਕੋਈ ਪੈਰੋਲਾਂ ਦਿੱਤੀਆਂ, ਰਿਹਾਈਆਂ ਕੀਤੀਆਂ ਨੇ ਨਰਿੰਦਰ ਮੋਦੀ ਸਾਹਿਬ ਨੇ, ਤੇ ਉਹ ਬਾਕੀਆਂ ਦਾ ਵੀ ਕਰ ਦੇਣਗੇ। ਠੀਕ ਹੈ, ਜੇ ਅਸੀਂ ਕਰਵਾਉਣ ਵਾਲੇ ਬਣੀ। ਚਲੋ ਠੀਕ ਹੈ ਸਰ, ਮੈਂ ਮਾਫੀ ਚਾਹੂੰਗਾ, ਮੇਰੇ ਤੋਂ ਸਮਾਂ ਖਤਮ ਹੋ ਚੱਲਿਆ। ਅਸੀਂ ਤਾਂ ਕਹਿੰਦੇ ਆ ਕਰਵਾ ਦਿਓ, ਜੀ ਅਸੀਂ ਪਿੱਛੇ ਅੜ ਜਾਂਦੇ ਆ। ਤੁਹਾਡੀ ਠੀਕ ਹੈ, ਮੈਂ ਚੰਨੀ ਜੀ ਮਾਫੀ ਚਾਹੂੰਗਾ, ਮੈਂ ਆਖਰੀ ਕਮੈਂਟ ਦੇ ਲਈ ਨਹੀਂ ਆ ਪਾਉਂਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ, ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਬਹੁਤ ਗੰਭੀਰ ਵੀ ਹੈ, ਸੰਵੇਦਨਸ਼ੀਲ ਵੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਇਸ ਸਮੇਂ ਪੰਜਾਬ ਦੇ ਵਿੱਚ ਵੱਖ-ਵੱਖ ਆਵਾਜ਼ਾਂ ਉੱਠ ਰਹੀਆਂ ਨੇ, ਤੇ ਦੂਜੇ ਪਾਸੇ
ਐਸਜੀਪੀਸੀ ਇੱਕ ਵੱਡਾ ਮੋਰਚਾ 12 ਤਰੀਕ ਤੋਂ ਖੋਲਣ ਜਾ ਰਹੀ ਹੈ। ਪਰ ਇਸ ਚਰਚਾ ਦੇ ਵਿੱਚ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇੱਕ, ਜਿਹੜੀਆਂ ਜਥੇਬੰਦੀਆਂ ਨੇ ਉਹ ਅਪੀਲ ਕਰ ਰਹੀਆਂ ਨੇ ਕਿ ਸਾਂਝਾ ਮੋਰਚਾ ਹੋਣਾ ਚਾਹੀਦਾ ਹੈ ਤੇ ਉਸ ਦੇ ਵਿੱਚੋਂ ਜੇ ਸਿਆਸੀ ਆਗੂਆਂ ਨੂੰ ਕੱਢ ਦਿੱਤਾ ਜਾਵੇ, ਸਿੱਖ ਜਥੇਬੰਦੀਆਂ ਨੂੰ ਰੱਖਿਆ ਜਾਵੇ ਤੇ ਜ਼ਿਆਦਾ ਕਾਰਗਰ ਮੁਹਿੰਮ ਹੋ ਸਕਦੀ ਹੈ। ਤੇ ਦੂਜਾ ਪੁਆਇੰਟ ਜੋ ਭੋਮਾ ਜੀ ਨੇ ਜ਼ਿਕਰ ਕੀਤਾ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸਿਰਫ ਧਰਨੇ ਪ੍ਰਦਰਸ਼ਨਾਂ ਦੇ ਨਾਲ ਗੱਲ ਨਹੀਂ ਬਣਨੀ, ਬਲਕਿ ਵੱਡੇ ਵਕੀਲਾਂ ਦੇ ਜ਼ਰੀਏ ਅਦਾਲਤਾਂ ਦੇ ਬੂਹੇ ਵੀ ਖੜਕਾਉਣੇ ਪੈਣੇ ਨੇ, ਤਾਂ ਹੀ ਫਿਰ ਬੰਦੀ ਸਿੰਘਾਂ ਦੀ ਰਿਹਾਈ ਮੁਮਕਿਨ ਹੋ ਸਕੇਗੀ। ਖੈਰ ਹੁਣ ਐਸਜੀਪੀਸੀ ਅੱਗੇ ਕੀ ਫੈਸਲਾ ਕਰਦੀ ਹੈ, 11 ਮੈਂਬਰੀ ਕਮੇਟੀ ਨੂੰ ਲੈ ਕੇ ਕੀ ਬਿਆਨ ਆਉਂਦੇ ਨੇ ਕਿ ਕਮੇਟੀ ਵਜੂਦ ਹੈ ਜਾਂ ਭੰਗ ਹੋ ਚੁੱਕੀ ਹੈ, ਕਿ ਕਮੇਟੀ ਦੀ ਦੁਬਾਰਾ ਕੋਈ ਮੀਟਿੰਗ ਸੱਦੀ ਜਾਂਦੀ ਹੈ, ਨਹੀਂ ਸੱਦੀ ਜਾਂਦੀ, ਉਸ ਦੇ ਉੱਤੇ ਨਜ਼ਰ ਜ਼ਰੂਰ ਰਹੇਗੀ। ਪ੍ਰਾਈਮ ਟਾਈਮ ਚੱਜ ਦੇ ਲਈ ਇਹ ਨਹੀਂ।